ਸਤਿ ਸ਼੍ਰੀ ਅਕਾਲ। ਸਵਾਗਤ ਸਾਰੇ ਸਤਿਕਾਰਤ ਸੱਜਣਾਂ ਦਾ ਜੋ ਇਸ ਵਕਤ ਜੁੜੇ ਨੇ ਟਿਵਾਣਾ ਟੀਵੀ ਤੇ ਰੇਡੀਓ ਪ੍ਰੋਗਰਾਮਾਂ ਦੇ ਨਾਲ। ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲੇ ਮੈਂ ਪਰਮਿੰਦਰ ਸਿੰਘ ਟਿਵਾਣਾ ਤੇ ਮੇਰੇ ਨਾਲ ਮੇਰੇ ਭੈਣ ਰਾਣੀ ਡਾਕਟਰ ਹਰਸ਼ਿੰਦਰ ਕੌਰ ਬਹੁਪੱਖੀ ਸ਼ਖਸੀਅਤ। ਸਤਿ ਸ਼੍ਰੀ ਅਕਾਲ ਭੈਣ ਜੀਓ। ਸਤਿ ਸ਼੍ਰੀ ਅਕਾਲ ਤੇ ਤੁਹਾਡੇ ਨਾਲ ਜਿੰਨੇ ਵੀ ਸੁਣ ਵੇਖ ਸਕਦੇ ਨੇ ਸਾਰਿਆਂ ਨੂੰ ਬਹੁਤ ਬਹੁਤ ਨਿੱਘੀ ਸਤਿ ਸ਼੍ਰੀ ਅਕਾਲ। ਜਿਹੜਾ ਜਿਨ੍ਹਾਂ ਦੀ ਹਰਸ਼ ਆਂਟੀ ਹੈ ਉਹਨਾਂ ਨੂੰ ਪਿਆਰ। ਸੋ ਪਿਛਲੇ ਹਫ਼ਤੇ ਬਹੁਤ ਅੱਛਾ ਉਦਮ ਕੀਤਾ ਤੇ ਵੈਸੇ ਤਾਂ ਰੋਜ਼ ਤੁਸੀਂ ਅੱਛਾ ਕਰਦੇ ਰਹਿੰਦੇ ਹੋ। ਜਿਹੜੀਆਂ ਖਾਸ ਕਰਕੇ ਉਹ ਬੱਚੀਆਂ ਜਿਨ੍ਹਾਂ ਦੇ ਬਾਬਲ ਇਸ ਦੁਨੀਆ ਤੋਂ ਚਲੇ ਗਏ ਨੇ ਉਹਨਾਂ ਦੇ ਲਈ ਜਿਹੜਾ ਤੁਸੀਂ ਟਰਸਟ ਚਲਾਇਆ ਉਹ ਉਸ ਦੇ ਲਈ ਆਪਣਾ ਤਿਲ ਫੁੱਲ ਜੋ ਬਣਦਾ ਯੋਗਦਾਨ ਹੈ ਉਹਨਾਂ ਬੱਚੀਆਂ ਦਾ ਫੀਸਾਂ ਦਾ ਖਰਚਿਆਂ ਦਾ ਚੰਗਾ ਕੀਤਾ। ਇੱਕ ਧੀ ਪੜ੍ਹ ਜੇ ਸਾਰਾ ਖਾਨਦਾਨ ਪੜ੍ਹ ਜਾਂਦਾ। ਤੁਸੀਂ ਵੀ ਧਿਆਣੀ ਹੋ ਡਾਕਟਰ ਸਾਹਿਬ ਸਿੰਘ ਹੋਰਾਂ ਦੀ ਦੋਤਮਾਨ ਪ੍ਰੋਫੈਸਰ ਪ੍ਰੀਤਮ ਸਿੰਘ ਹੋਰਾਂ ਦੀ ਧਿਆਣੀ। ਦੋ ਤਿੰਨ ਵਾਰੀ ਡਾਕਟਰ ਸਾਹਿਬ ਪ੍ਰੋਫੈਸਰ ਸਾਹਿਬ ਨੂੰ ਮਿਲਣ ਦਾ ਮੌਕਾ ਮਿਲਿਆ ਤੁਹਾਡੇ ਘਰੇ ਭੂਤਵਾੜਾ ਵਾਲੀ ਸਾਈਡ। ਸੋ ਅੱਛਾ ਲੱਗਦਾ ਭੈਣ ਰਾਣੀ। ਪਰ ਜਿਹੜੇ ਬੱਚੇ ਵਿਦੇਸ਼ 'ਚ ਨੇ ਉਹਨਾਂ ਨੂੰ ਹੁਣ ਔਨਲਾਈਨ ਸਿੱਖਿਅਤ ਕੀਤਾ ਜਾ ਸਕਦਾ। ਇੱਕ ਮਾਂ ਦੀ ਇੱਕ ਭੈਣ ਦੀ ਸਿੱਖਿਆ ਬਹੁਤ ਅਹਿਮ ਹੁੰਦੀ ਹੈ। ਵੀਰਾ ਨਾ ਵੱਢਵੇ ਸ਼ਾਮ ਲਾਟ ਦੀ ਟਾਹਲੀ ਭੈਣਾਂ ਵਰਜਦੀਆਂ ਸੀ, ਪਰ ਅਫਸੋਸ ਅਸੀਂ ਭੈਣਾਂ ਹੀ ਖਤਮ ਕਰ ਲਈਆਂ। ਵਰਜਣਾ ਕਿਹਨੇ ਆ? ਵਿਦੇਸ਼ਾਂ 'ਚ ਜੋ ਬੱਚੇ ਜਾ ਰਹੇ ਨੇ ਉਹਨਾਂ 'ਚ ਬਹੁਤੇ ਰੁਲਦੇ ਨੇ। ਜਿਸ ਤਰ੍ਹਾਂ ਦੀ ਸਥਿਤੀ ਹੈ 750 ਬੱਚਾ ਧਰਨਿਆਂ 'ਤੇ ਬੈਠਾ ਹੈ ਅਤੇ ਕੁਛ ਅੰਦਰੋਂ ਅੰਦਰੀ ਬੱਚੇ ਖਾਤਮੇ ਵੱਲ ਨੂੰ ਜਾ ਰਹੇ ਨੇ। ਨਿੱਤ ਦਿਨ ਲਾਸ਼ਾਂ ਆ ਰਹੀਆਂ ਨੇ। ਭੈਣ ਰਾਣੀ ਕੀ ਸਥਿਤੀ ਵੇਖਦੇ ਹੋ ਪ੍ਰਦੇਸ਼ ਦੀ ਇਹ ਪੀੜ ਪੰਜਾਬੀ ਪੁੱਤਰਾਂ ਨੂੰ? ਦੇਖੋ ਕਹਿੰਦੇ ਨੇ ਕਿ ਡਾਕਟਰਾਂ ਦੇ ਕੋਲੋਂ ਢਿੱਡ ਨਹੀਂ ਲੁਕਾਈਦਾ ਤੇ ਨਾ ਹੀ ਜੀ ਲੁਕ ਸਕਦਾ ਹੁੰਦਾ ਜੀ। ਜੀ ਤਾਂ ਮੈਂ ਗੱਲ ਕਰਾਂਗੀ ਆਪਣੀ ਕੁਝ ਸਾਥੀ ਡਾਕਟਰਾਂ ਦੀ ਜਿਹੜੇ ਉਹਨਾਂ ਥਾਵਾਂ ਤੇ ਇਸ ਵੇਲੇ ਬੜੇ ਵਧੀਆ ਡਾਇਰੈਕਟਰ ਲੈਵਲ ਤੱਕ ਪੱਧਰ ਤੱਕ ਪਹੁੰਚੇ ਹੋਏ ਨੇ। ਬੜੇ ਉਹਨਾਂ ਦੇ ਕਾਫੀ ਕਲੀਨਿਕਸ ਨੇ, ਹਸਪੀਟਲਸ ਨੇ। ਸੋ ਮੈਂ ਸਿਰਫ ਉੱਥੇ ਵਸਦੇ ਆਪਣੀ ਨਾਲ ਦੇ ਕਲੀਗ ਤੇ ਤੋਂ ਜੋ ਜਾਣਕਾਰੀ ਹਾਸਲ ਕੀਤੀ ਮੈਂ ਉਹ ਸਾਂਝੀ ਜੀ ਕਰਨਾ ਚਾਹੁੰਦੀ ਹਾਂ। ਪਰ ਗੱਲ ਇਹ ਹੈ ਕਿ ਉੱਥੋਂ ਦੇ ਕੁਝ ਕਾਨੂੰਨ ਸਖਤ ਨੇ। ਉਹ ਆਪਣੇ ਯਾਨੀ ਮਰੀਜ਼ਾਂ ਬਾਰੇ ਕੁਝ ਵੀ ਨਹੀਂ ਦੱਸ ਸਕਦੇ ਹੁੰਦੇ। ਸੋ ਮੈਂ ਕਿਸੇ ਵੀ ਆਪਣੇ ਡਾਕਟਰ ਸਾਥੀ ਦਾ ਨਾਮ ਬਿਲਕੁਲ ਨਹੀਂ ਲਵਾਂਗੀ ਕਿ ਕਿਸਨੇ ਇਹ ਜਾਣਕਾਰੀ ਦਿੱਤੀ ਤੇ ਜੀ ਕਿਸ ਬਾਰੇ ਦਿੱਤੀ। ਯਾਨੀ ਇਹ ਵੱਡੀ ਪੱਧਰ ਤੇ ਜੋ ਉਹਨਾਂ ਨੂੰ ਵੇਖਣ ਵਿੱਚ ਉਹਨਾਂ ਨੂੰ ਆਇਆ ਨਜ਼ਰੀ ਪਿਆ। ਮੈਂ ਸਿਰਫ ਉਹੀ ਗੱਲਾਂ ਸਾਂਝੀਆਂ ਕਰਾਂਗੀ ਜਿਨ੍ਹਾਂ ਵਿੱਚ ਉਹਨਾਂ ਕਿਹਾ ਕਿ ਸਾਡੇ ਕੋਲ ਭਾਰੀ ਗਿਣਤੀ ਜਿਹੜੇ ਇਹ ਬੱਚੇ ਪਹੁੰਚ ਰਹੇ ਨੇ। ਉਹ ਕਿਉਂਕਿ ਜ਼ਾਹਰ ਹੈ ਕਿ ਇਕੱਲੇ ਉਹੀ ਡਾਕਟਰ ਨਹੀਂ, ਹੋਰ ਵੀ ਬਹੁਤ ਸਾਰੇ ਡਾਕਟਰ ਨੇ। ਸੋ ਇਹ ਕਈਆਂ ਦਾ ਜਿਹੜੇ ਪਹੁੰਚੇ ਹੋਣਗੇ ਉਹਨਾਂ ਦਾ ਹੀ ਜ਼ਿਕਰ ਕਰ ਰਿਹਾ ਮੈਂ। ਸਮੁੱਚੇ ਸਾਰੇ ਜਿੰਨੇ ਵੀ ਉੱਥੇ ਜਾ ਚੁੱਕੇ ਬੱਚੇ ਨੇ ਉਹਨਾਂ ਦੀ ਗੱਲ ਨਹੀਂ ਕਰ ਰਹੀ। ਸੋ ਪਹਿਲੀ ਗੱਲ ਉਹਨਾਂ ਨੇ ਕਿਹਾ ਕਿ ਬਹੁਤ ਭਾਰੀ ਸਟ੍ਰੈਸ ਦੇ ਅਧੀਨ ਇਹ ਲੱਭੇ ਗਏ ਨੇ ਤੇ ਬਹੁਤ ਸਾਰੇ ਨੇ ਕਿ ਜਿਹੜੇ ਡਿਪਰੈਸ਼ਨ ਵੱਲ ਵੀ ਜਾ ਚੁੱਕੇ ਹੋਏ ਨੇ। ਇਹਨਾਂ ਵਿੱਚੋਂ ਕਈਆਂ ਦਾ ਐਬਨੋਰਮਲ ਬਿਹੇਵੀਅਰ ਉਹਨਾਂ ਨੇ ਕਿਹਾ ਸਾਨੂੰ ਨਜ਼ਰੀ ਪਿਆ। ਤੇ ਜਦੋਂ ਮੈਂ ਥੋੜਾ ਜਿਹਾ ਘੋਖਿਆ ਤਾਂ ਉਹਨਾਂ ਨੇ ਕਿਹਾ ਕਈਆਂ ਨੂੰ ਪਿੱਛੋਂ ਜੋ ਉਹਨਾਂ ਜਿੱਥੋਂ ਆਏ ਉੱਥੋਂ ਦਾ ਤਣਾਅ ਖਾਂਦਾ ਪਿਆ ਸੀ ਕਿ ਕਈਆਂ ਨੂੰ ਪਹੁੰਚਦੇ ਸਾਰ ਹੀ ਫੋਨ ਆਣੇ ਸ਼ੁਰੂ ਹੋ ਗਏ ਸਨ, ਪੈਸੇ ਭੇਜ, ਪਿਛਲਾ ਕਰਜ਼ਾ ਲਾਉਣਾ, ਅੱਗੇ ਭੈਣ ਦਾ ਵਿਆਹ ਧਰਿਆ, ਹਜੇ ਫਿਰ ਜੀ ਤਿਆਰੀ ਲੋੜਾਂ। ਬਾਹਰ ਵੀ ਜਾਣਾ ਹੈ। ਤੇ ਯਾਨੀ ਇਸ ਤਰੀਕੇ ਦਾ ਉਹਨਾਂ ਦੇ ਮਾਨਸਿਕ ਤਣਾਅ ਇੰਨਾ ਤਗੜਾ ਸੀ ਜਿਸ ਵਿੱਚ ਉਹਨਾਂ ਖਾਸ ਜ਼ਿਕਰ ਕੀਤਾ ਕਿਸੇ ਵੀ ਤਰ੍ਹਾਂ ਦੀ ਸੋਸ਼ਲ ਸਪੋਰਟ ਮਨਫੀ ਸੀ। ਬਲਕਿ ਕੁਝ ਕੁ ਨੂੰ ਤਾਂ ਸਗੋਂ ਸਾਡੇ ਆਪਣੇ ਹੀ ਲੋਕ ਜੋ ਉੱਥੇ ਬੈਠੇ ਉਹਨਾਂ ਨੂੰ ਜੀ ਸਗੋਂ ਅਹ, ਸ਼ੋਸ਼ਣ। ਕਹਿ ਸਕਦੇ ਆ ਵੀ ਹੂੰ। ਜੀ ਤੇ ਉਹਨਾਂ ਦਾ ਬਣਦਾ ਹੱਕ ਜਿਸ ਤਰੀਕੇ ਖੋਇਆ ਜਾ ਰਿਹਾ ਜੇ ਕੁਝ ਹੂੰ। ਬੰਦੇ ਆਪਣੇ ਤੋਂ ਉਹ ਸਾਡੇ ਬਹੁਤ ਭਾਰੀ ਗਿਣਤੀ ਉੱਥੇ ਬੈਠੇ ਨੇ ਐਨਆਰਆਈ ਜਿਹੜੇ ਆਪਣੇ ਵਿੱਤੋਂ ਬਾਹਰ ਜਾ ਕੇ ਇਹਨਾਂ ਦੀ ਸਪੋਰਟ ਵੀ ਕਰ ਰਹੇ ਨੇ ਜੀ ਕਿਉਂਕਿ ਉਹਨਾਂ ਕੋਲ ਡਾਕਟਰੀ ਮਦਦ ਕਰਨ ਲਈ ਕੁਝ ਨਹੀਂ ਹੁੰਦਾ। ਤਾਂ ਮੈਨੂੰ ਉਹਨਾਂ ਨੇ ਖਾਸ ਤੌਰ ਤੇ ਦੱਸਿਆ ਕਿ ਜਿੰਨਾ ਕਿਉਂਕਿ ਬਹੁਤ ਮਹਿੰਗੀ ਜੇ ਉੱਥੇ ਜੇ ਤੁਸੀਂ ਲੈਣੀ ਹੋਏ ਕੋਈ ਡਾਕਟਰੀ ਮਦਦ ਤਾਂ ਉਹ ਉੱਥੋਂ ਦੇ ਸਾਡੇ ਹੀ ਨੇ ਜਿਹੜੇ ਐਨਆਰਆਈ ਵੀਰ ਭੈਣ ਜਿਹੜੇ ਆਪ ਅਗਾਂਹ ਆ ਕੇ ਦਿਲ ਵਿੱਚ ਦਰਦ ਰੱਖ ਕੇ ਇਹਨਾਂ ਦਾ ਉਸ ਪਾਸਿਓਂ ਇਲਾਜ ਵੀ ਕਰਵਾ ਰਹੇ ਨੇ। ਪਰ ਆਖਰ ਕਿਸ ਹੱਦ ਤੱਕ ਹੂੰ। ਉਹੀ ਜੀ ਗੱਲ ਹੈ ਦੋ ਤਰ੍ਹਾਂ ਦੇ ਲੋਕ ਉੱਥੇ ਵਸਦੇ ਨੇ। ਪਰ ਜਿਹੜਾ ਇੱਕ ਕਲਚਰਲ ਗੈਪ ਜਾਂਦੇ ਸਰ ਉਹਨਾਂ ਨੂੰ ਦਿਸਦਾ। ਹੁਣ ਇਹ ਜੀ ਕਈ ਯਾਨੀ ਪਹਿਲੂ ਨੇ ਜਿਹੜੇ ਅਸੀਂ ਕਾਫੀ ਵਾਰ ਸਾਂਝੇ ਕੀਤੇ ਬਿਲਕੁਲ। ਨੇ। ਮੈਨੂੰ ਸਮਝ ਆਉਂਦੀ ਹੈ ਜੀ ਕਲਚਰਲ ਗੈਪ ਨੂੰ ਭਰਨ ਲਈ ਜਿਹੜੀ ਕਿਉਂਕਿ ਉਹਨਾਂ ਦੇ ਉੱਥੇ ਕੋਈ ਦੋਸਤ ਮਿੱਤਰ ਇੰਨੀ ਭਾਰੀ ਗਿਣਤੀ 'ਚ ਨਹੀਂ ਹੁੰਦੇ।
ਸੋ ਜੀ ਉੱਥੋਂ ਤਾਂ ਯਾਨੀ ਇੱਕ ਤਰੀਕੇ ਕੱਟ ਆਫ ਹੀ ਹੈ, ਲਗਾਤਾਰ ਉਹਨਾਂ ਨੂੰ ਉੱਥੋਂ ਤਾਂ ਇਹੀ ਸੁਨੇਹਾ ਆਈ ਜਾਂਦਾ ਪੈਸੇ ਬਿਲਕੁਲ ਜਾਂ ਸਾਨੂੰ ਸੱਦੋ, ਸੋ ਉਹ ਤਾਂ ਸਪੋਰਟ ਖਤਮ ਹੈ। ਬਿਲਕੁਲ ਦੀ ਜਿਹੜੀ ਕੋਈ ਆਪਣਾ ਉਹਨਾਂ ਨੂੰ ਇਕੱਲਾ ਮਹਿਸੂਸ ਹੋਣਾ, ਲੋਨਲੀਨੈਸ, ਕਿ ਮੈਂ ਹੁਣ ਆਖਰ ਆਪਣੇ ਦਿਲ ਦੀ ਗੱਲ ਕਿਸ ਨਾਲ ਸਾਂਝੀ ਕਰਾਂ। ਜੀ ਸੋ ਉਹ ਜਿਹੜੇ ਵੀ ਪੀਅਰ ਪ੍ਰੈਸ਼ਰ ਅਧੀਨ ਜਿਨ੍ਹਾਂ ਨੂੰ ਵੀ ਮਿਲਦੇ ਨੇ ਜਾਂ ਮਜਬੂਰੀ ਵਸ ਦੋਸਤ ਬਣਾਉਂਦੇ ਨੇ, ਜੀ ਵਿੱਚੋਂ ਕੁਝ ਹੁਣ ਅਜਿਹੇ ਹੁੰਦੇ ਨੇ ਜਿਹੜੇ ਉਹਨਾਂ ਨੂੰ ਇਸ ਪਾਸੇ ਵੱਲ ਨੂੰ ਤੋਰਦੇ ਨੇ, ਜਿੱਥੇ ਉਹ ਡਾਂਸ ਪਾਰਟੀਜ਼, ਰੇਵ ਪਾਰਟੀਜ਼, ਜਿੱਥੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਕੋਈ ਨਾ ਕੋਈ ਡਰੱਗਸ ਵਾਲੇ ਪਾਸੇ ਵੜ ਜਾਣਾ, ਕਿ ਆਹ ਸੌਖਾ ਤਰੀਕਾ ਹੈ ਪੈਸੇ ਜੀ ਕਮਾਉਣ ਦਾ। ਜਾਂ ਫਿਰ ਉਹਨਾਂ ਨੂੰ ਇਹ ਤਾਨੇ ਮਿਹਣੇ ਕਿ ਅੱਛਾ ਤੇਰੇ ਤੋਂ ਜੀ ਐਸ ਮੁਲਕ ਤੂੰ ਕਰਨ ਕੀ ਆਇਆ ਸੀ ਜੇ ਤੂੰ ਆ ਵੀ ਨਹੀਂ ਕਰ ਸਕਦਾ। ਯਾਨੀ ਜੀ ਉਹਨਾਂ ਨੂੰ ਜਬਰੀ ਉਸ ਪਾਸੇ ਜੋ ਪੀਅਰ ਪ੍ਰੈਸ਼ਰ ਅਧੀਨ ਕਰਨਾ ਪੈਂਦਾ, ਕਈ ਵਾਰ ਉਹ ਉਸ ਦੇ ਨਾ ਤਾਂ ਆਦੀ ਹੁੰਦੇ ਨੇ, ਨਾ ਉਹ ਇੱਕਦਮ ਸਹਿਜ ਢੰਗ ਨਾਲ ਉੱਥੇ ਆਪਣੇ ਆਪ ਨੂੰ ਐਡਜਸਟ ਕਰ ਸਕਦੇ ਹੁੰਦੇ ਨੇ। ਜੀ ਬਿਲਕੁਲ ਉਹ ਨਤੀਜਾ ਨਿਕਲਦਾ ਜੇ ਕਿ ਉੱਥੇ ਜਿਹੜੀਆਂ ਕੁਝ ਡਰਿੰਕਸ ਮਿਕਸਡ ਵਿਦ, ਜੋ ਮੈਨੂੰ ਇਹ ਵੀ ਦੱਸੀ ਗੱਲ ਹੈ ਕਿਉਂਕਿ ਮੈਂ ਉਹਨਾਂ ਦੇ ਵਿੱਚ ਨਹੀਂ ਵਿਚਰੀ, ਕਿ ਉਹਨਾਂ ਨੇ ਕਿਹਾ ਕੁਝ ਡਰਿੰਕਸ ਮਿਕਸਡ ਵਿਦ ਅਲਕੋਹਲ, ਉਹਨਾਂ ਦੀ ਪਰਸੈਂਟੇਜ ਤੁਹਾਡੇ ਇੰਡੀਆ ਨਾਲੋਂ ਕਾਫੀ ਵੱਖਰੀ ਜੇ, ਜੋ ਉੱਥੇ ਪੀਤੀ ਆ ਇੱਥੇ ਪੀਤੀ। ਤੇ ਉਸ ਤੋਂ ਬਾਅਦ ਓਨੇ ਹੱਦ ਤੱਕ ਗਰਮ ਕੱਪੜੇ ਨਾ ਪਾਣੇ, ਕਲਾਈਮੇਟ ਚੇਂਜ ਜਿਸ ਵਿੱਚ ਜੀ ਇਨੀਸ਼ੀਅਲ ਪਤਾ ਹੀ ਨਹੀਂ ਲੱਗਦਾ ਕਿ ਹਾਂ ਇੰਨੇ ਇੱਕ ਯਾਨੀ ਠੰਡ ਹੋਏਗੀ ਜਿੰਨੀ ਮਹਿਸੂਸ ਹੋਏਗੀ, ਤੇ ਉਹ ਜੀ ਸ਼ਰਾਬ ਦੇ ਅਧੀਨ ਉਹਨਾਂ ਨੂੰ ਉਹ ਉਨੀ ਠੰਡ ਨਹੀਂ ਮਹਿਸੂਸ ਹੁੰਦੀ। ਸੋ ਉਹ ਇੱਕ ਕਲਾਈਮੇਟ ਚੇਂਜ ਵੀ ਹੈ ਜਿਹੜੀ ਉਹਨਾਂ ਨੂੰ ਸਡਨ ਹਾਰਟ ਅਟੈਕਸ ਜਾਂ ਇਹ ਚੀਜ਼ਾਂ ਸਾਨੂੰ ਦਿਖਦੀਆਂ ਨੇ। ਹੁਣ ਇਹ ਉਹਨਾਂ ਮਾਈਂਡ, ਇਹ ਭੈਣ ਰਾਣੀ, ਇਹ ਮਾਈਂਡ ਅਵਸਥਾ ਤੇ ਵੀ ਜ਼ਿਕਰ ਕਰਦਾ ਕਲਾਈਮੇਟ ਚੇਂਜ। ਇੱਕ ਹੋਰ ਕਿ ਜਿਹੜਾ ਉੱਥੇ ਖਾਸ ਕਰਕੇ ਸਾਡੇ ਬੱਚੇ ਜਿਹੜੇ ਦਾਲਾਂ ਤੇ ਸਬਜ਼ੀਆਂ ਤੇ ਸੈਲਡ ਫੂਡ ਤੇ ਗਿਝੇ ਨੇ, ਉਹ ਉੱਥੇ ਜਾ ਕੇ ਬਹੁਤੇ ਬੱਚੇ ਜਿਹੜਾ ਬੀਫ ਮਟਨ ਜਾਂ ਖਾਸ ਕਰਕੇ ਚਿਕਨ ਵੀ ਜਿਹੜਾ 6-6 ਮਹੀਨੇ ਦਾ ਪਿਆ ਹੁੰਦਾ, ਬਹੁਤ ਹਾਰਡ ਚਿਕਨ ਮਟਨ ਲੈਂਬ ਵਗੈਰਾ ਭੇਡੂ ਵਗੈਰਾ ਖਾਂਦੇ ਨੇ। ਉਹ ਬਹੁਤ ਫਰੀਜ਼ ਕੀਤਾ ਹੁੰਦਾ, ਜਦੋਂ ਉਹ ਕੰਜ਼ਿਊਮ ਕਰਨ ਦੀ ਬਹੁਤ ਦਿੱਕਤ ਆਉਂਦੀ ਉਸ ਬੱਚੇ ਨੂੰ। ਇੱਕ ਦੋ ਬੱਚੇ ਇਸ ਤਰ੍ਹਾਂ ਦੀ ਗੈਸ ਪ੍ਰੋਬਲਮ, ਹਾਰਟ ਬਰਨ, ਇਸ ਤਰ੍ਹਾਂ ਦੀਆਂ ਚੀਜ਼ਾਂ। ਦੋ ਸਵਾਲ ਨੇ ਕਿ ਜਿਹੜਾ ਖਾਸ ਕਰਕੇ ਐਕਸੈਸ ਦੇ ਵਿੱਚ ਵੈਜੀਟੇਬਲ ਮਹਿੰਗੀਆਂ ਨੇ, ਫਰੂਟ ਮਹਿੰਗਾ, ਉਹਦੀ ਬਜਾਏ ਮਟਨ, ਪੀਜ਼ਾ, ਬਰਗਰ, ਬੀਫ ਜੋ ਵੀ ਹੈ, ਲੈਂਬ ਵਗੈਰਾ, ਜੋ ਵੀ ਬੱਚੇ ਉੱਥੋਂ ਦਾ ਚਿਕਨ ਖਾਂਦੇ ਨੇ, ਫੂਡ ਖਾਂਦੇ ਨੇ, ਮਟਨ ਖਾਂਦੇ ਨੇ, ਨੌਨ ਵੈਜ ਖਾਂਦੇ ਨੇ, ਉਹ ਵੀ ਉਹਨਾਂ ਦੇ ਮਾਨਸਿਕ, ਜਿਵੇਂ ਜੈਸਾ ਮਨ ਵੈਸਾ ਤਨ, ਉਹੋ ਜਿਹਾ ਹੀ ਅੰਨ, ਜੈਸਾ ਅੰਨ ਵੈਸਾ ਮਨ ਵੈਸਾ ਤਨ, ਉਹ ਵੀ ਉਹਨਾਂ ਦੇ ਮਤਲਬ ਮਾਨਸਿਕ ਤੇ ਸਰੀਰਕ ਤੌਰ ਤੇ ਕਾਫੀ ਜਾਨਲੇਵਾ ਅਸਰ ਪਾਉਂਦਾ ਹੈ ਜੀ। ਬਿਲਕੁਲ, ਮੈਂ ਤੁਹਾਡੇ ਨਾਲ ਸਿਰਫ ਖੋਜਾਂ ਉੱਤੇ ਆਧਾਰਿਤ ਹੀ ਗੱਲ ਕਰਾਂਗੀ, ਕਿਉਂਕਿ ਸਾਡੇ ਕੋਲ ਇਹ ਖੋਜਾਂ ਨੇ ਕਿ ਪ੍ਰੋਸੈਸਡ ਫੂਡਸ ਤੇ ਖਾਸ ਤੌਰ ਤੇ ਛਾਣ ਬੁਰਾ ਰਹਿਤ ਜਿਹੜੀਆਂ ਤੁਸੀਂ ਹੁਣ ਚੀਜ਼ਾਂ ਬੋਲੀਆਂ, ਬਰਗਰਸ, ਪਿਜ਼ਾ, ਇਹ ਸਾਰਾ ਕੁਝ ਜੀ ਸਿਰਫ ਡਿਪਰੈਸ਼ਨ ਨੂੰ ਪ੍ਰਮੋਟ ਕਰਦੀਆਂ ਨੇ, ਸਾਡੇ ਅੰਦਰਲੇ ਹਾਰਮੋਨਸ ਨੂੰ ਚੇਂਜ ਕਰਦੀਆਂ ਨੇ। ਉਹਨਾਂ ਥਾਵਾਂ ਤੇ ਬਹੁਤ ਜ਼ਿਆਦਾ, ਜੇ ਮੈਂ ਦੱਸ ਦਿਆਂ, ਇਹ ਡਿਪਰੈਸ਼ਨ ਦਾ ਤੇ ਸੁਇਸਾਈਡ ਦਾ ਅਟੈਂਪਟ ਜਾਂ ਉਸੇ ਕਾਰਨ ਹੀ ਉਹਨਾਂ ਥਾਵਾਂ ਤੇ ਅੰਤੜੀਆਂ ਦਾ ਕੈਂਸਰ ਵੀ ਕਾਫੀ ਸਾਡੇ ਨਾਲੋਂ ਵੱਧ ਹੁੰਦਾ ਜੀ। ਸੋ ਇਹ ਸਾਰੀਆਂ ਚੀਜ਼ਾਂ ਹੀ ਨੇ ਜਿਹੜੀਆਂ ਤੁਹਾਡੀ ਸਡਨ ਚੇਂਜ ਹੁੰਦੀ ਜੇ ਖੁਰਾਕ ਵਿੱਚ ਵੀ, ਜਿੱਥੇ ਉਹ ਤੁਹਾਨੂੰ ਹੌਲੀ ਹੌਲੀ ਡਿਪਰੈਸ਼ਨ ਵੱਲ ਲੈ ਜਾਂਦੀਆਂ ਨੇ। ਤੇ ਆਹ ਚੀਜ਼ਾਂ ਨੈਚੁਰਲੀ ਜਦੋਂ ਖੁਰਾਕ ਬਿਲਕੁਲ ਹੀ ਡਿਫਰੈਂਟ ਹੋਣੀ ਹੈ ਤਾਂ ਬਹੁਤ ਕੁਝ ਹੋਰ ਸਰੀਰਕ ਚੇਂਜਸ ਵੀ ਤੁਹਾਡੇ ਵਿੱਚ ਦਿਸਦੀਆਂ ਨੇ। ਜੀ ਤੇ ਨਾਲੋਂ ਨਾਲ ਇੱਕ ਮੈਂ ਹੋਰ ਥੋੜੀ ਜਿਹੀ ਦੱਸ ਦਿਆਂ ਕਿ ਜਦੋਂ ਜੀ ਤੁਸੀਂ ਵਜੋਂ ਇੰਨਾ ਰੱਜਵਾਂ ਇੱਥੇ ਖਾਣਾ ਨਾ ਖਾਂਦੇ ਹੋਵੋ, ਤਾਂ ਉਹ ਤੁਹਾਡੀ ਜੋ ਸਡਨ ਜਿਵੇਂ ਇੱਕ ਐਕਸਟ੍ਰੀਮ ਵੈਦਰ ਵੀ ਤੁਹਾਨੂੰ ਉੱਥੇ ਖਰਾਬ ਕਰਦੀ, ਜੇ ਉਸੇ ਤਰ੍ਹਾਂ ਕੁਝ ਬਿਮਾਰੀਆਂ ਜਿਹੜੀਆਂ ਤੁਹਾਡੇ ਛੋਟੇ ਹੋਣ ਤੋਂ, ਯਾਨੀ ਤੁਸੀਂ ਜੀ ਉਨੇ ਵੱਧ ਨਾ ਰਹੇ ਹੋਵੋ, ਤੁਹਾਡੇ ਕੋਈ ਕੰਜੈਨਿਟਲ ਹਾਰਟ ਯਾਨੀ ਜਮਾਂਦਰੂ ਦਿਲ ਦੇ ਨੁਕਸ ਹੋਣ, ਜਾਂ ਕੁਝ ਹੋਰ ਨਿੱਕੀਆਂ ਮੋਟੀਆਂ ਚੀਜ਼ਾਂ, ਤੁਹਾਡੀ ਰਿਦਮ ਡਿਸਟਰਬੈਂਸ ਜਿਵੇਂ ਦਿਲ ਦੀ ਹੋਵੇ, ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਕਈ ਵਾਰ ਇੱਥੇ ਡਾਇਗਨੋਜ਼ ਹੀ ਨਹੀਂ ਹੋਈਆਂ ਹੁੰਦੀਆਂ, ਤੇ ਉੱਥੇ ਜਾ ਕੇ ਜਦੋਂ ਇਹ ਇੱਕਦਮ ਸਡਨ ਚੇਂਜ ਆਉਂਦੀ ਜੇ, ਉਹਦੇ ਨਾਲ ਇਹ ਕਾਫੀ ਖੁਰਾਕ ਵੀ ਅਸਰ ਪਾਉਂਦੀ ਜੇ। ਪਰ ਬਹੁਤ ਅਹਿਮ ਜੇ, ਦੇਖੋ ਆਪਾਂ ਹਮੇਸ਼ਾ ਪੜ੍ਹਦੇ ਹਾਂ ਕਿ ਮੈਨ ਇਜ਼ ਅ ਸੋਸ਼ਲ ਐਨੀਮਲ, ਜਦੋਂ ਦੋਸਤ ਨਾ ਹੋਣ, ਦਿਲ ਖੋਲਿਆ ਨਾ ਜਾ ਸਕੇ, ਉਹ ਬਹੁਤ ਜ਼ਿਆਦਾ ਅਹਿਮ ਰੋਲ ਨਿਭਾਉਂਦਾ ਜੇ। ਇੱਕ ਹੋਰ ਸ਼ਾਇਦ ਨਾ ਨਜ਼ਰੀ ਸਾਡੇ ਬਹੁਤੇ ਮਾਪਿਆਂ ਨੂੰ ਨਾ ਪਤਾ ਹੋਵੇ, ਤੇ ਨਾ ਹੀ ਸਾਡੇ ਬੱਚਿਆਂ ਨੂੰ ਪਤਾ ਹੋਵੇ, ਉੱਥੇ ਡਰੱਗਸ ਬੜੀਆਂ ਅਜੀਬ ਢੰਗ ਨਾਲ ਮਿਲਦੀਆਂ ਨੇ, ਜੀ ਜਿਨ੍ਹਾਂ ਵਿੱਚ ਨਸ਼ੇ ਕੁਛ ਤਾਂ MDMA, ਆਈਸ, ਇਹ ਤਾਂ ਹਨ, ਪਰ ਕੁਛ
ਭੰਗ ਦੀ ਐਕਟਿਵ ਕੰਪਾਊਂਡ ਨੂੰ ਨਾ ਸਿਰਫ ਟੌਫੀਜ਼ ਚਾਕਲੇਟਸ, ਇਹ ਹੁਣ ਮੈਨੂੰ ਜੋ ਦੱਸੀ ਗਈ ਚੀਜ਼ ਮੈਂ ਉਹੀ ਦੱਸ ਰਹੀ ਹਾਂ। ਨਹੀਂ ਬਿਲਕੁਲ ਹੈ ਜੀ ਇਹ ਚੀਜ਼ਾਂ ਬਿਲਕੁਲ। ਇਹ ਸਪੋਜ਼ਿਟਰੀਜ਼, ਹੁਣ ਇਹ ਦੇਖੋ ਕਿੱਡੀ ਅਹਿਮ ਗੱਲ ਜੀ। ਸਪੋਜ਼ਿਟਰੀਜ਼ ਨੇ ਜੋ ਤੁਸੀਂ ਟੱਟੀ ਵਾਲੇ ਰਾਹ ਇਹ ਅੰਦਰ ਪਾ ਦਿੰਦੇ ਨੇ, ਜਿਸ ਰਾਹੀਂ ਤੁਹਾਨੂੰ ਕੁਝ ਲੱਭਦਾ ਹੀ ਨਹੀਂ ਕਿ ਅੱਛਾ ਇਹ ਕੀ ਲਿਆ ਜਾਂ ਇਹਨੇ ਕੀ ਲਿਆ, ਕਿਉਂਕਿ ਨਾ ਤਾਂ ਉਹਨੇ ਚਾਕਲੇਟ ਖਾਧੀ ਦਿਖਾਈ ਨਾ ਟੌਫੀ। ਪਰ ਆਮ ਤੌਰ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਇਹਨਾਂ ਨੂੰ ਗਲਤ ਰਾਹ ਪਾਉਣ ਦੀ ਕੋਸ਼ਿਸ਼ ਕਰਨ ਉਹ ਇਹੀ ਸਿਰਫ ਆਮ ਹੀ ਦੇ ਦਿੰਦੇ ਨੇ, ਹਾਲਾ ਯਾਰ ਚਾਕਲੇਟ ਹੀ ਹੈ ਖਾ ਲੈ, ਤੇ ਬੱਚੇ ਨੂੰ ਪਤਾ ਹੀ ਨਹੀਂ ਹੁੰਦਾ ਕਦੋਂ ਉਹ ਡਰੱਗਸ ਦਾ ਆਦੀ ਬਣਿਆ ਜਿਹਨੇ ਇੱਥੇ ਕਦੇ ਖਾਧੀ ਨਾ ਹੋਵੇ। ਸੋ ਉਹ ਅਹਿਮ ਜੇ ਸਾਡੇ ਬੱਚਿਆਂ ਨੂੰ ਪਤਾ ਨਹੀਂ ਚਾਕਲੇਟ ਟੌਫੀ ਤੋਂ ਇਸ ਡਰੱਗ ਜੀ ਅੰਗ ਜੋ ਉੱਥੇ ਚੱਲ ਰਿਹਾ ਜੇ ਇਸ ਵੇਲੇ ਉਹ ਵੀ ਖਤਰਨਾਕ ਹੈ ਕਾਫੀ, ਜਿਹੜਾ ਸਾਡੇ ਇੱਥੇ ਦੇ ਸ਼ਾਇਦ ਨਾ ਮਾਪਿਆਂ ਨੂੰ ਪਤਾ ਤੇ ਨਾ ਬੱਚਿਆਂ ਨੂੰ ਪਤਾ ਜੋ ਉੱਥੇ ਜਾਂਦੇ ਨੇ। ਉਹੀ ਕਾਰਨ ਹੈ ਜਦੋਂ ਫਿਰ ਇਹੋ ਜੀ ਚਾਕਲੇਟ ਜਾਂ ਟੌਫੀ ਖਵਾ ਕੇ ਤੇ ਫਿਰ ਕਾਰ ਚਲਾਉਣੀ ਸ਼ੁਰੂ ਕਰ ਦੇਣ, ਤੁਸੀਂ ਦੇਖ ਹੀ ਸਕਦੇ ਹੋ ਕਿੰਨੇ ਭਾਰੇ ਤਗੜੇ ਐਕਸੀਡੈਂਟਸ ਉੱਥੇ ਹੁੰਦੇ ਨੇ। ਅੱਛਾ ਡਾਕਟਰ ਸਾਹਿਬ, ਇਹ ਭੰਗ ਦੀਆਂ ਵੀ ਕਈ ਫਾਰਮਸ ਨੇ, ਆਪਣੇ ਵੀ ਲੋਕ ਯੂਜ਼ ਕਰਦੇ ਆ, ਧਰਮ ਵਿਸ਼ੇਸ਼ 'ਚ ਵੀ ਇਹ ਚੀਜ਼ ਯੂਜ਼ ਕਰਦੇ ਆ। ਗੰਗ ਭੰਗ ਦੋਏ ਸਕੀਆਂ ਭੈਣਾਂ ਰਹਿਣ ਸ਼ਿਵਾ ਦੇ ਸੰਗ, ਲੱਡੂ ਖਾਣੀ ਭੰਗ ਹੈ ਤੇ ਹੱਡੂ ਖਾਣੀ ਗੰਗ। ਸਿੱਖੀ 'ਚ ਵੀ ਸੁੱਖ ਨਿਧਾਨ ਦੇ ਰੂਪ 'ਚ ਭੰਗ ਦਾ ਇਸਤੇਮਾਲ ਹੁੰਦਾ। ਭੰਗ ਦੀਆਂ ਕੁਆਲਿਟੀਜ਼ ਦੇ ਵਿੱਚ ਵੀ ਫਰਕ ਹੈ। ਜਿਹੜੀ ਭੰਗ ਕੈਨੇਡਾ ਨੇ ਹਾਲੀਆ ਕਾਨੂੰਨਨ ਕੀਤੀ ਹੈ, ਲੀਗਲਾਈਜ਼ ਕੀਤੀ ਹੈ, ਕੀ ਉਹਦੇ 'ਚ ਵੀ ਸਾਇੰਟੀਫਿਕਲੀ ਕੋਈ ਫਰਕ ਹੈ ਇੰਡੀਆ ਦੇ ਭੰਗ ਦੇ ਸਿਸਟਮ ਨਾਲੋਂ? ਦੇਖੋ ਜੋ ਸਾਡੇ ਵਰਤੀ ਜਾਂਦੀ ਰਹੀ ਸਦੀਆਂ ਤੋਂ, ਹਜ਼ਾਰਾਂ ਸਾਲਾਂ ਤੋਂ, ਜਾਂ ਜਿਵੇਂ ਤੁਸੀਂ ਹੁਣੇ ਜ਼ਿਕਰ ਕੀਤਾ ਸ਼ਿਵ ਭਗਤ ਵੱਲੋਂ ਜਾਂ ਤੁਸੀਂ ਨਿਹੰਗ ਸਿੰਘਾਂ ਵੱਲੋਂ, ਇਹ ਹੁੰਦੀਆਂ ਸਨ ਅਨਰਿਫਾਈਂਡ ਜੋ ਨਸ਼ੇ ਜਿਹਨਾਂ ਨੂੰ ਅਸੀਂ ਕੁਦਰਤੀ ਗਿਣਦੇ, ਫਾਰਮ ਦੇ ਵਿੱਚ, ਜਾਣੀ ਕਿ ਵਿੱਚ ਬਦਾਮ ਜਾਂ ਉਹ ਚੀਜ਼ਾਂ ਦੇ ਮਿਲਾਨ ਨਾਲ। ਭੁੱਕੀ ਡੋਡੇ ਜਾਂ ਈਵਨ ਖਸਖਸ ਦੀ ਤਾਂ ਬੱਚਿਆਂ ਨੂੰ ਸਗੋਂ ਵੀ ਜ਼ੁਕਾਮ ਨਾ ਲੱਗੇ ਸਰਦੀਆਂ 'ਚ ਤੇ ਚਲੋ ਜੀ ਅੱਧਾ ਚਮਚੇ ਦੀ ਬਣਾ ਕੇ ਖੀਰ ਖਸਖਸ ਦੀ ਦੇ ਦੇਣੀ। ਇਹ ਚੀਜ਼ਾਂ ਤੁਹਾਨੂੰ ਰੱਤੀ ਮਾਸਾ ਕਬਜ਼ ਕਰ ਦੇਣੀ ਜਾਂ ਰੱਤੀ ਮਾਸਾ ਹਲਕੀ ਜਿਹੀ ਨੀਂਦ ਆ ਜਾਣੀ ਤੋਂ ਵੱਧ ਨੁਕਸਾਨ ਨਹੀਂ ਸਨ ਕਰਦੇ। ਹੁਣ ਜਿਸ ਤਰੀਕੇ ਦੀ ਇਹ ਯਾਨੀ ਨਾ ਸਿਰਫ ਭਾਰਤ ਵਿੱਚ ਬਲਕਿ ਰੀਕ੍ਰੀਏਸ਼ਨਲ ਯੂਜ਼ ਚੀਨ ਵਿੱਚ ਵੀ ਕਈ ਹਜ਼ਾਰਾਂ ਸਾਲ ਪਹਿਲਾਂ ਤੋਂ ਇਹ ਦਿਸਦੀ ਜੇ। ਪਰ ਜਿਹੜੀਆਂ ਹੁਣ ਇਹ ਰਿਫਾਈਨਡ ਚੀਜ਼ਾਂ ਜਿਵੇਂ ਜਿਨ੍ਹਾਂ ਵਿੱਚੋਂ ਸਿਰਫ ਆਮ ਜ਼ੁਕਾਮ ਦੀ ਦਵਾਈ ਜੋ ਅਸੀਂ ਹਮੇਸ਼ਾ ਤੋਂ, ਈਵਨ ਜਦੋਂ ਅਸੀਂ ਡਾਕਟਰੀ ਪੜ੍ਹਦੇ ਸਾਂ ਹਮੇਸ਼ਾ ਹੀ ਉਹ ਲਿਖਿਆ ਕਰਦੇ ਸਾਂ ਸਭਨਾਂ ਨੂੰ, ਜਿਨ੍ਹਾਂ 'ਚ ਇੱਕ ਆਈਸ ਉਹਦੇ ਵਿੱਚ ਜਿੱਥੋਂ ਬਣਦੀ ਜੇ, ਸੋ ਉਹ ਫਿਨਾਈਲੈਫਰੀਨ ਇੱਕ ਸਾਲਟ ਜੋ ਇਸ ਵੇਲੇ ਬੰਦ ਕਰ ਦਿੱਤਾ ਗਿਆ। ਪਰ ਅਫਸੋਸ ਕਿ ਧੜ ਤੁਹਾਨੂੰ ਵੀ ਪਤਾ ਅੰਮ੍ਰਿਤਸਰ ਹੋਵੇ ਜਾਂ ਇੱਥੇ ਨਾਲ ਨੇੜੇ ਤੇੜੇ ਬੱਦੀ ਵਿੱਚ ਹਰ ਥਾਂ ਤੇ ਉਹ ਮਿਲ ਰਿਹਾ ਜੇ। ਖੈਰ ਉਹ ਚੀਜ਼ਾਂ ਤਾਂ ਵੱਖਰੀਆਂ, ਪਰ ਜਿਹੜਾ ਇੱਕ ਕਲਚਰਲ ਗੈਪ ਉਹਨਾਂ ਨੂੰ ਮਾਰ ਰਿਹਾ ਜੇ ਨਾ ਬਾਹਰਲੇ ਬੱਚਿਆਂ ਨੂੰ, ਉਹ ਉਹਨਾਂ 'ਚੋਂ ਬਹੁਤੇ ਇਹੋ ਜਿਹੇ ਨੇ ਜਿਹੜੇ ਇੱਥੇ ਨਸ਼ਾ ਨਹੀਂ ਸਨ ਕਰਦੇ। ਹੁਣ ਇਹ ਦੇਖੋ ਕਿ ਜਿਸ ਕਾਰਨ ਉੱਥੇ ਜਾ ਕੇ ਇੱਕਦਮ ਇਹ ਸਡਨ ਡੈਥ ਜਾਂ ਸਭ ਕੁਝ ਹੋ ਰਿਹਾ ਕਿ ਬਹੁਤੀਆਂ ਰਿਫਾਈਨਡ ਤੇ ਪਿਓਰੀਫਾਈਡ ਫਾਰਮਸ ਤੇ ਓਨੇ ਦੇ ਵਿੱਚ ਹੀ ਜਿੰਨੀ ਡੋਜ਼ ਜੇ ਕੋਈ ਇੱਥੇ ਲੈ ਰਿਹਾ ਸੀ ਤਾਂ ਉਹਦੇ ਲਈ ਉੱਥੇ ਜਾ ਕੇ ਉਹ ਡਬਲ ਡੋਜ਼ ਹੋ ਜਾਂਦੀ ਹੈ। ਸੋ ਇਹੀ ਕਾਰਨ ਹੈ, ਖਬਰਾਂ ਪਹੁੰਚਦੀਆਂ ਨੇ ਕਿ ਉਹ ਨਸ਼ੇ ਦੇ ਕਾਰਨ ਮਰ ਗਿਆ। ਸੋ ਇਹ ਯਾਨੀ ਬਹੁਤ ਵੇਰੀਡ ਰੀਜ਼ਨ ਜੋ ਮੈਨੂੰ ਦੱਸੇ ਗਏ, ਜਿਨ੍ਹਾਂ ਵਿੱਚੋਂ ਮੈਨੂੰ ਸਭ ਤੋਂ ਅਹਿਮ ਤੱਥ ਬਤੌਰ ਇੱਕ ਬੱਚਿਆਂ ਦੀ ਡਾਕਟਰ ਹੁੰਦਿਆਂ ਜੋ ਦਿਸਿਆ ਜੀ ਕਿ ਪਹਿਲੇ ਸ਼ੁਰੂਆਤੀ ਸਮੇਂ ਤਾਂ ਬੱਚੇ ਨੂੰ ਲੱਗਦਾ ਹੈ ਕਿ ਮੈਂ ਆਪਣੇ ਯਾਨੀ ਇੱਕ ਆਊਟ ਆਫ ਕਲਚਸ ਆਇਆ ਕਿ ਮੈਂ ਤਾਂ ਜਕੜਿਆ ਪਿਆ ਸੀ ਆਪਣੇ ਮਾਂ ਪਿਓ ਦੇ ਉਹਨਾਂ ਦੇ ਹੁਕਮਾਂ ਅਧੀਨ, ਇਹ ਕਰਨਾ ਉਹ ਕਰਨਾ, ਮੈਨੂੰ ਖੁੱਲ੍ਹ ਮਿਲ ਗਈ। ਉਹ ਹੁੰਦੀ ਜੇ ਜਿਹੜੀ ਸ਼ੁਰੂਆਤੀ ਦੌਰ ਜਿਸ 'ਚ ਬੱਚਾ ਉੱਚੀਆਂ ਹਵਾਵਾਂ 'ਚ ਫਿਰਦਾ, ਲਓ ਜੀ ਮੈਂ ਤਾਂ ਕਿੱਥੇ ਰਾਜਾ ਬਣ ਗਿਆ, ਆ ਕੇ ਮਹਾਰਾਜਾ ਬਣ ਗਿਆ, ਸੋ ਮੈਂ ਤਾਂ ਹੁਣ ਕੋਈ ਰੋਕ ਟੋਕ ਨਹੀਂ, ਸਭ ਕੁਝ ਕਰ ਸਕਦਾ। ਉਸ ਹੱਦ ਤੋਂ ਜਦੋਂ ਬੰਦਾ ਜ਼ਮੀਨ ਤੇ ਮੂਧੇ ਮੂੰਹ ਪਟਕਦਾ ਆ ਕੇ, ਉਹ ਬਰਦਾਸ਼ਤ ਤੋਂ ਬਾਹਰ ਹੋ ਜਾਂਦਾ ਉਸ ਉਮਰ ਦੇ ਵਿੱਚ ਜਿੱਥੇ ਉਹਨੂੰ ਦਿਸਦਾ ਵੀ ਖਾਸ ਨਾ ਕਰਕੇ ਚਲੋ ਸ਼ਹਿਰਾਂ 'ਚ ਆਪਾਂ ਇਹ ਡਿਸਕ੍ਰਿਮੀਨੇਸ਼ਨ ਜਾਂ ਫਰਕ ਨਹੀਂ ਰੱਖਦੇ, ਮਤਲਬ ਮਨੁੱਖੀ ਵਤੀਰੇ ਦੇ ਮੁਤਾਬਕ ਜੇ ਸਮਝਿਆ ਜਾਵੇ, ਕਿਉਂਕਿ ਪਿੰਡਾਂ 'ਚ ਅਜੇ ਵੀ ਕਈ ਬੰਦਿਸ਼ਾਂ ਨੇ ਲੜਕੀਆਂ 'ਤੇ, ਖਾਸ ਕਰਕੇ ਲੜਕੀਆਂ ਜਦੋਂ ਇਸ ਤਰ੍ਹਾਂ ਯਕਦਮ ਖੁੱਲ੍ਹੇ ਮਾਹੌਲ 'ਚ ਜਾਂਦੀਆਂ ਨੇ ਸਵੈ ਆਜ਼ਾਦੀ, ਉੱਥੇ ਮੇਰੇ ਖਿਆਲ ਜ਼ਿਆਦਾ ਉਹ ਸ਼ੋਸ਼ਣ ਦਾ ਅਣਜਾਣੇ 'ਚ ਸ਼ਿਕਾਰ ਹੋ ਜਾਂਦੀਆਂ ਧਿਆਣੀਆਂ ਸਾਡੀਆਂ। ਜੀ ਡਾਕਟਰ ਸਾਹਿਬ ਠੀਕ ਕਹਿ ਰਹੇ ਹੋ, ਪਰ ਗੱਲ ਇਹ ਹੈ ਕਿ ਉਹ ਜਦੋਂ ਇੱਕਦਮ ਉਹਨਾਂ ਨੂੰ ਡਾਲਰ ਉਤਰਦੇ ਨਹੀਂ ਦਿਖਦੇ ਵੀ ਦਰਖਤਾਂ ਤੋਂ ਨਹੀਂ ਲੱਥਣੇ, ਨੌਕਰੀ ਹੈ ਨਹੀਂ, ਰੋਟੀ 2 ਵੇਲੇ ਦੀ ਹੈ ਨਹੀਂ, ਤਾਂ ਫਿਰ ਉਹ ਹੋਰ ਕੋਈ ਰਾਹ ਨਾ ਬਚਿਆ ਹੋਣ ਕਾਰਨ ਸਾਨੂੰ ਤੇ ਇੱਥੇ ਵੀ ਪਤਾ ਹੈ ਵੀ ਰਾਤ ਨੂੰ
ਜੇ ਧੀ ਸਾਡੀ ਇਕੱਲੀ ਆਂਦੀ ਹੋਵੇ ਤੇ ਕੀ ਹਾਲ ਅਸੀਂ ਸੋਚ ਹੀ ਸਕਦੇ ਹਾਂ ਉਹਦੇ ਨਾਲ ਹੋਵੇਗਾ, ਕਿਸ ਤਰ੍ਹਾਂ ਦੇ ਲੋਕ ਫਿਰਦੇ ਨੇ। ਤਾਂ ਇਹ ਕਿਵੇਂ ਸੋਚਦੇ ਆ ਕਿ ਉਸ ਥਾਂ ਤੇ ਭਾਵੇਂ ਭਾਰੀ ਗਿਣਤੀ ਅਜਿਹੇ ਨੇ ਜਿੱਥੇ ਉਹ ਬੇਟੀਆਂ ਸੁਰੱਖਿਅਤ ਮਹਿਸੂਸ ਕਰਦੀਆਂ ਨੇ ਆਪਣੇ ਆਪ ਨੂੰ, ਤੇ ਉਹ ਮੁਲਕ ਥੋੜਾ ਇਸ ਪੱਖੋਂ ਅਗਾਂਹ ਵਧੂ ਵੀ ਹੈ ਕਿ ਉਹ ਸਭ ਨੂੰ ਯਾਨੀ ਇੱਕੋ ਹੀ ਤਰ੍ਹਾਂ ਦਾ ਕਾਨੂੰਨ ਉਹਨਾਂ ਤੇ ਲਾਗੂ ਕਰਦਾ ਹੈ। ਪਰ ਫਿਰ ਵੀ ਜਿਹੜੀਆਂ ਬੇਟੀਆਂ ਮਜਬੂਰ ਹੋ ਚੁੱਕੀਆਂ ਹੋਣ ਕਿ ਸਾਡੇ ਕੋਲ ਹੁਣ ਕੋਈ ਹੋਰ ਰਾਹ ਨਹੀਂ, ਉਹ ਆਪ ਹੀ ਇਸ ਘੇਰੇ ਦੇ ਵਿੱਚ ਕਈ ਵਾਰ ਅੜ ਜਾਂਦੀਆਂ ਨੇ ਕਿ ਚਲੋ ਹੁਣ ਪੈਸੇ ਕਮਾਉਣ ਦਾ ਜੇ ਹੋਰ ਕੋਈ ਸਾਧਨ ਨਹੀਂ ਤਾਂ ਫਿਰ ਇਹ ਸਰੀਰਕ ਬਚਿਆ ਰਾਹ, ਤਾਂ ਫਿਰ ਇਸ ਪੱਖੋਂ ਹੀ ਉਹ ਸ਼ੋਸ਼ਣ ਕਰਵਾਉਂਦੀਆਂ। ਫਿਰ ਉਹ ਕਿਸ ਦਲਦਲ ਚ ਧੱਸਦੀਆਂ ਨੇ, ਇਹ ਉਹਨਾਂ ਦੀਆਂ ਜੀ। ਇੰਟਰਵਿਊ ਸਾਹਮਣੇ ਆ ਚੁੱਕੀਆਂ ਨੇ ਕਿ ਕਿਵੇਂ ਫਿਰ ਉਹਨਾਂ ਡਰੱਗ ਦਾ ਕਾਰੋਬਾਰ ਕਰਵਾਇਆ ਜਾਂਦਾ ਹੈ ਤੇ ਕਿਸ ਤਰ੍ਹਾਂ ਯਾਨੀ ਉਹਨਾਂ ਦੀ ਮਿਸਯੂਜ਼ ਹੁੰਦਾ। ਇਹ ਤਾਂ ਬਹੁਤ ਬਿਆੰਤ ਵੀਡੀਓ ਸਾਹਮਣੇ ਆ ਚੁੱਕੀਆਂ ਨੇ। ਉਹਨਾਂ ਚੋਂ ਬਹੁਤ ਹੀ ਜਿਹੜੀਆਂ HIV ਪੀੜਤ ਵੀ ਜਿਹੜੀਆਂ ਇਸ ਪਾਸੇ ਲੱਗੀਆਂ ਨੇ, ਉਹਨਾਂ ਵਿੱਚੋਂ HIV ਪੀੜਤ ਵੀ ਹੋ ਚੁੱਕੀਆਂ ਨੇ, ਕੁਝ ਹੈਪੇਟਾਈਟਸ B, ਕੁਝ C, ਸਿਰਿੰਜਸ ਯੂਜ਼ ਨਾਲ। ਪਰ ਉੱਥੇ ਇੱਕ ਫਾਇਦਾ ਜੇ ਕਿ ਕੈਨੇਡਾ ਵਰਗੇ ਮੁਲਕ ਵਿੱਚ ਜਾਂ ਅਮਰੀਕਾ ਵਰਗੇ ਮੁਲਕ ਵਿੱਚ ਉਹਨਾਂ ਨੂੰ ਸਿਰਿੰਜਸ ਨੀਡਲਸ ਵੀ ਦਿੱਤੀਆਂ ਜਾਂਦੀਆਂ ਨੇ ਕਿ ਜਿਹੜੇ ਆਦੀ ਹੋ ਗਏ ਹਾਰਡ ਡਰੱਗ ਅਡਿਕਟਸ ਬਣ ਗਏ, ਜਿਹੜੇ ਕਦੇ ਹੀ ਠੀਕ ਨਹੀਂ ਹੋ ਸਕਣੇ, ਉਹਨਾਂ ਨੂੰ ਉਹ IV ਸਿਰਿੰਜਸ ਤੇ ਇਦਾਂ ਮਤਲਬ ਇਹਨਾਂ ਨੂੰ ਪ੍ਰੋਵਾਈਡ ਕੀਤੇ ਜਾਂਦੇ ਨੇ ਸੋ ਦੈਟ ਸੇਫ ਐਟਲੀਸਟ ਰਹਿ ਸਕਣ। ਇਹਨਾਂ ਨੇ ਹੁਣ ਬਚਣਾ ਤਾਂ ਹੈ ਨਹੀਂ। ਹਾਂ, ਉਹ ਦੂਜੇ ਤੇ ਹੁਣ ਸਕੂਲਾਂ 'ਚ ਵੀ ਡਾਕਟਰ ਸਾਹਿਬ ਆਇਆ ਸੀ ਵੀ ਵੈਨਕੂਵਰ ਦੇ ਕੈਨੇਡਾ ਦੇ ਸਕੂਲਾਂ 'ਚ ਵੀ ਟ੍ਰੇਨਿੰਗ ਦਿੰਦੇ ਆ ਮਾਹਰ ਆ ਕੇ, ਡਾਕਟਰ ਆ ਕੇ, ਕਿ ਜੇ ਤੁਸੀਂ ਇਹ ਵਾਈਪ ਜਾਂ ਚੀਜ਼ ਪੀਣੀ ਹੈ ਤਾਂ ਇੱਦਾਂ ਪੀਓ, ਸੇਫ ਇੱਦਾਂ ਪੀਓ, ਮਤਲਬ ਇਹ ਉਹਨਾਂ ਦੀ ਮਜਬੂਰੀ ਹੋ ਗਈ। ਇੱਕ ਡਾਕਟਰ ਸਾਹਿਬ ਜਿਹੜਾ ਇਹ ਚਾਕਲੇਟ ਸ਼ੇਕ ਹੋ ਗਿਆ, ਟੌਫੀ ਹੋ ਗਿਆ, ਇਹਨਾਂ ਚੀਜ਼ਾਂ ਦੇ ਰਾਹੀਂ ਜੋ ਇਹ ਨਸ਼ਾ ਅਣਜਾਣੇ 'ਚ ਬੱਚੇ ਨੂੰ ਦਿੱਤਾ ਜਾਂਦਾ, ਗੁਪਤ ਅੰਗਾਂ ਰਾਹੀਂ ਦਿੱਤਾ ਜਾਂਦਾ, ਇਹਦੇ ਤੋਂ ਬਚਣ ਦਾ ਜਾਂ ਇਸ ਤੋਂ ਅਲਰਟ ਰਹਿਣ ਦਾ ਕੀ ਕੋਈ ਸਿਸਟਮ ਤੁਸੀਂ ਦੱਸ ਸਕਦੇ ਹੋ? ਦੂਸਰਾ ਸਵਾਲ ਜਿਹੜਾ ਉਹਨਾਂ ਬੱਚਿਆਂ 'ਤੇ ਮਾਪੇ ਸ਼ੋਸ਼ਣ ਕਰਦੇ ਨੇ, ਪੈਸਾ ਚੁੱਕ ਕੇ ਵਿੱਤੀ ਸਮਰੱਥਾ ਤੋਂ ਵੱਧ ਜਿਹੜਾ ਹੈਗਾ ਵਜ਼ਨ ਚੱਕ ਕੇ ਉਹਨਾਂ ਨੂੰ ਭੇਜ ਦਿੰਦੇ ਨੇ, ਫਿਰ ਕਹਿੰਦੇ ਨੇ ਸਾਨੂੰ ਪੈਸੇ ਵੀ ਭੇਜੋ, ਸਾਨੂੰ ਨਾਨੀ ਨੂੰ, ਦਾਦੀ ਨੂੰ, ਚਾਚੇ ਨੂੰ, ਤਾਏ ਨੂੰ ਵੀਜ਼ੇ ਵੀ ਲਵਾਓ। ਉਹ ਬੱਚਿਆਂ ਦੇ ਨਾਲ ਪੇਰੈਂਟਸ ਜਬਰੀ ਉੱਥੇ ਜਾਂਦੇ ਨੇ ਤੇ ਉੱਥੇ ਜਾ ਕੇ ਫਿਰ ਜਿਹੜੀ ਦੂਸਰੀ ਵੱਡੀ ਸਮੱਸਿਆ, ਉੱਥੇ ਫਿਰ ਕੰਮ ਕਰਦੇ ਨੇ। ਉੱਥੇ ਜਿਹੜੇ ਪ੍ਰਵਾਨਿਤ ਵੇਜਸ ਨੇ ਉਹਨਾਂ ਨੂੰ ਤੋੜ ਕੇ ਉਹਨਾਂ ਦੀ ਜਗ੍ਹਾ $5 $10 ਤੇ ਜੌਬ ਕਰਦੇ ਨੇ। ਉਹ ਆਪਣੇ ਬੱਚਿਆਂ ਦਾ ਹੀ ਭਵਿੱਖ ਖਰਾਬ ਕਰਦੇ ਨੇ। ਇੱਕ ਮਿਨੀਮਮ ਵੇਜਸ ਤੋਂ ਨੀਵੇਂ ਪੱਧਰ ਦੇ ਜਦੋਂ ਵੇਜਸ ਤੇ ਉਹ ਕਾਮੇ ਦੇ ਤੌਰ ਤੇ ਉੱਥੇ ਮੁਹੱਈਆ ਹੁੰਦੇ ਨੇ ਤਾਂ ਉਹਨਾਂ ਦੇ ਹੀ ਬੱਚਿਆਂ ਦਾ ਸ਼ੋਸ਼ਣ ਹੁੰਦਾ, ਉਹਨਾਂ ਦੀਆਂ ਜੌਬਾਂ ਵੀ ਖੁੱਸਦੀਆਂ ਨੇ। ਸੋ ਇੰਡੀਆ ਦੇ ਮਾਪਿਆਂ ਨੂੰ ਵੀ ਚਾਹੀਦਾ ਕਿ ਭਾਈ ਸ਼ਿਮਲੇ ਘੁੰਮ ਲਓ, ਜ਼ਰੂਰੀ ਨਹੀਂ ਕਿ ਤੁਸੀਂ ਹੋਰ ਕਿਸੇ ਵਿਦੇਸ਼ 'ਚ ਘੁੰਮਣਾ। ਇਹ ਇੱਕ ਮਾਪਿਆਂ ਦੀ ਵੀ ਸ਼ਾਇਦ ਕਿਤੇ ਨਾ ਕਿਤੇ ਜ਼ਿਆਦਤੀ ਹੈ ਇਸ ਜਵਾਨੀ 'ਤੇ। ਜੀ ਡਾਕਟਰ ਸਾਹਿਬ। ਮੈਂ ਤੁਹਾਡੇ ਨਾਲ ਇਸ ਪੱਖੋਂ ਸਹਿਮਤ ਹਾਂ ਕਿ ਜਦੋਂ ਮਾਪੇ ਹੀ ਆਪਣੇ ਪੁੱਤਰਾਂ ਦਾ ਜਾਂ ਆਪਣੀਆਂ ਧੀਆਂ ਦੇ ਹੱਕ ਮਾਰਨ ਲੱਗ ਜਾਣ, ਯਾਨੀ ਬਾੜ ਹੀ ਖੇਤ ਨੂੰ ਖਾਣ ਲੱਗ ਜਾਵੇ, ਤਾਂ ਫਿਰ ਤਾਂ ਕੋਈ ਰਾਹ ਬਚਦਾ ਹੀ ਨਹੀਂ। ਪਰ ਇੱਕ ਵੱਡਾ ਸਵਾਲ ਹੈ, ਟਿਵਾਣਾ ਵੀਰ, ਮੈਨੂੰ ਇਹ ਦੱਸੋ ਕਿ ਆਖਰ ਕਿਹੜੀ ਮਜਬੂਰੀ ਇਹਨਾਂ ਨੂੰ ਬਾਹਰ ਤੱਕ ਰਹੀ ਹੈ? ਮੈਂ ਯੂਨੀਵਰਸਿਟੀਜ਼, ਕਾਲਜਿਸ ਵਿੱਚ, ਜੀ। ਸੰਸਥਾ ਵਿੱਚ, ਯੂਥ ਕਲੱਬਸ ਵਿੱਚ, ਸਾਰੇ ਥਾਵਾਂ ਤੇ ਇਹਨਾਂ ਦੇ ਪਹੁੰਚੀ ਹਾਂ। ਜਿੰਨਾ ਕੁ ਮੈਂ ਆਪਣੀ ਸਮਝ ਅਨੁਸਾਰ ਇਹਨਾਂ ਨੂੰ ਜਾਣ ਸਕੀ ਹਾਂ, ਉਹਦੇ ਵਿੱਚ ਜੋ ਮੈਨੂੰ ਭਾਸਿਆ ਕਿ ਉਹਨਾਂ ਨੂੰ ਦਿਸਦਾ ਹੈ ਕਿ ਉੱਥੇ ਮਨੁੱਖੀ ਹੱਕਾਂ ਦਾ ਖਿਆਲ ਰੱਖਿਆ ਜਾਂਦਾ ਹੈ। ਦੂਜੀ ਚੀਜ਼, ਉੱਥੇ ਸਾਨੂੰ ਇਨਸਾਨ ਗਿਣਿਆ ਜਾਂਦਾ ਹੈ। ਇੱਥੇ ਤਾਂ ਅਸੀਂ ਕਚਰਾ ਹੀ ਆ, ਸਾਡਾ ਲਈ ਤਾਂ ਕੋਈ ਯਾਨੀ ਗਿਣਤੀ ਦੇ ਵਿੱਚ ਵੀ ਨਹੀਂ ਆਉਂਦੇ। ਤਾਂ ਉੱਥੇ ਜਾ ਕੇ ਘੱਟੋ ਘੱਟ ਅਸੀਂ ਇਨਸਾਨ ਗਿਣੇ ਜਾਵਾਂਗੇ। ਸਾਡੇ ਕੋਈ ਕਾਨੂੰਨੀ ਹੱਕ ਇੱਥੇ ਤਾਂ ਸਾਨੂੰ ਮਿਲਣੇ ਨਹੀਂ। ਸੋ ਉਹ ਧੱਕਾ ਜੋ ਬਚਪਨ ਤੋਂ ਇਹ ਦੇਖਦੇ ਆਉਂਦੇ ਨੇ ਬੱਚੇ, ਜਿੱਥੇ ਉਹਨਾਂ ਨੂੰ ਦਿਖਦਾ ਕਿ ਅੱਗੇ ਸਾਡਾ ਕੋਈ ਹੁਣ ਭਵਿੱਖ ਨਹੀਂ, ਸਾਨੂੰ ਨੌਕਰੀਆਂ ਨਹੀਂ, ਸਾਡੇ ਅੱਗੋਂ ਜਿਹੜੇ ਪੜ੍ਹ ਕੇ ਨਿਕਲੇ ਉਹ ਸੜਕਾਂ ਤੇ ਧੱਕੇ ਖਾਂਦੇ ਨੇ, ਯਾਨੀ ਜਿਨ੍ਹਾਂ ਤੇ ਹੁਣ ਰੋਜ਼ ਦੀਆਂ ਜਿਸ ਤਰੀਕੇ ਅਸੀਂ ਬੱਚਿਆਂ ਤੇ ਨੈਗੇਟਿਵ ਇੰਪੈਕਟ ਪਾ ਰਹੇ ਹਾਂ, ਰੋਜ਼ ਦੀਆਂ ਵੀਡੀਓਜ਼, ਫਲਾਣੀ ਥਾਂ ਤੇ ਇੱਕ XMLA ਨੇ ਧੱਕਾ ਕੀਤਾ, ਫਲਾਣੀ ਥਾਂ ਤੇ ਇੱਕ ਪ੍ਰੈਜ਼ੈਂਟ MLA ਨੇ ਕੀਤਾ, ਬਿਲਕੁਲ। ਫਲਾਣੀ ਥਾਂ ਤੇ ਕੇਸ ਪਾਏ ਗਏ। ਵੀਰਾ, ਮੈਂ ਆਪ ਆਪਣੀ ਅੱਖੀਂ ਦੇਖ ਕੇ ਆਈ ਹਾਂ ਬੇਕਸੂਰੇ। ਬਾਹਰ ਭਾਵੇਂ ਮੈਂ ਜਰਮਨੀ ਗਈ ਹਾਂ ਜਾਂ ਫਰਾਂਸ ਗਈ ਹਾਂ, ਇਹਨਾਂ ਸਾਰੇ ਮੁਲਕਾਂ 'ਚ ਵੱਖੋ ਵੱਖਰੀ ਥਾਵਾਂ ਤੇ, ਆਸਟ੍ਰੇਲੀਆ ਗਈਆਂ, ਨਿਊਜ਼ੀਲੈਂਡ ਜਾਂ ਅਮਰੀਕਾ, ਕੈਨੇਡਾ, ਸਭ ਪਾਸੇ ਮੈਂ ਜਿੰਨੇ ਕੁ ਇੱਥੋਂ ਗਏ ਕੇਸ ਜੋ ਮੈਂ ਉੱਥੇ ਦੇਖੇ, ਜਿਨ੍ਹਾਂ ਨੇ ਦੱਸਿਆ ਕਿ ਕਿਵੇਂ ਬੇਕਸੂਰੇ ਹੁੰਦਿਆਂ ਵੀ ਪੁਲਿਸ ਨੇ ਉਹਨਾਂ ਨੂੰ ਕਿਸ ਤਰੀਕੇ 3-3 ਦਿਨ ਭੁੱਖੇ ਪਾਣੇ, ਪੁੱਠਾ ਟੰਗਿਆ, ਕਿਵੇਂ ਡਾਂਗਾ ਮਾਰੀਆਂ, ਕਿਵੇਂ ਅੱਧੇ ਤੋਂ ਵੱਧ ਸਿਰ ਪਾਟਿਆ ਹੋਇਆ, ਟਾਂਕੇ ਲੱਗੇ।
ਯਾਨੀ ਇਹ ਹਾਲ ਤੇ ਕਿਵੇਂ ਉਹ ਮੌਤ ਦੇ ਮੂੰਹ ਚੋਂ ਬਚ ਕੇ ਕਿਵੇਂ ਦੂਜੇ ਮੁਲਕਾਂ ਵਿੱਚ ਗਏ, 1 ਰੁਪਈਆ ਵੀ ਨਾ ਹੋਣ ਤੋਂ ਯਾਨੀ ਨਹੀਂ ਸੀ, ਤੇ ਕਿਵੇਂ ਉਹਨਾਂ ਨੇ ਕਈ ਦਿਨ ਭੁੱਖੇ ਭਾਣੇ ਕੱਢੇ। ਉਹ ਹਾਲਾਤ ਵਿੱਚ ਮੈਨੂੰ ਇਹ ਸਮਝਾ ਦਿਓ ਕਿ ਉਹਨਾਂ ਦੇ ਬੱਚੇ ਕੀ ਮੋਹ ਰੱਖਣਗੇ ਸਾਡੇ ਇੱਥੇ ਲਈ, ਇਸ ਜ਼ਮੀਨ ਬਿਲਕੁਲ ਲਈ। ਇਹ ਵੀ ਇੱਕ ਕਾਰਨ ਹੈ। ਬਿਲਕੁਲ। ਤੇ ਉਹ ਇਸ ਡਰੱਗ ਤੋਂ ਕਿੱਦਾਂ ਅਲਰਟ ਰਹਿਣ ਭੈਣ ਰਾਣੀ ਬੱਚੇ, ਉਹ ਕੋਈ ਨੁਕਤਾ? ਲਾਈਨ ਹੋਰ ਪੂਰੀ ਕਰਾਂਗੀ, ਕਿਉਂਕਿ ਜਦੋਂ ਉਹਨਾਂ ਬੱਚਿਆਂ ਨਾਲ ਇੱਥੋਂ ਦੇ ਗਏ ਬੱਚੇ ਮਿਲਦੇ ਨੇ, ਤੁਸੀਂ ਸਮਝ ਲਓ ਕਿ ਉਹ ਸਡਨ ਕਿਸ ਤਰੀਕੇ ਦਾ ਉਹਨਾਂ ਦੇ ਮਨਾਂ ਵਿੱਚ ਜ਼ਹਿਰ ਭਰਿਆ ਜਾਂਦਾ ਕਿ ਤੁਸੀਂ ਤਾਂ ਭਾਈ ਨਵੀਂ ਪਨੀਰੀ ਹੋ, ਤੁਹਾਨੂੰ ਪਤਾ ਹੀ ਨਹੀਂ, ਪਰ ਤੁਸੀਂ ਆਪਣੀ ਉੱਥੇ ਧਰਤੀ ਦੇ ਉੱਤੇ ਬੇਗਾਨੇ ਹੋ, ਇਹ ਤੁਹਾਡੇ ਨਾਲ ਹੋ ਸਕਦਾ। ਸੋ ਇੱਕ ਤਾਂ ਉਹ ਕੌੜ ਜੇ ਉਹਨਾਂ ਦੇ ਮਨ ਅੰਦਰ ਜਿਹੜੀ ਪਹਿਲਾਂ ਹੀ ਆਪਣੇ ਪਿਛੋਕੜ ਤੋਂ ਉਹ ਟੁੱਟੀ ਪਈ ਹੁੰਦੀ ਹੈ ਕਿ ਉਹਨਾਂ ਦੇ ਕਰਜ਼ੇ ਲਾਣੇ ਨੇ, ਉੱਪਰੋਂ ਇਹ ਸਾਰਾ ਕੁਝ ਉਹਨਾਂ ਦੇ ਮਨ ਵਿੱਚ ਆਣਾ ਬਹੁਤ ਜ਼ਬਰਦਸਤ ਡਿਪਰੈਸ਼ਨ ਦੇ ਵਿੱਚ ਉਹਨਾਂ ਨੂੰ ਲੈ ਜਾਂਦਾ, ਜੋ ਕਈ ਵਾਰ ਬਹੁਤ ਸੀਰੀਅਸ ਹੋ ਜਾਂਦਾ। ਜਿੱਥੋਂ ਦੀ ਗੱਲ ਤੁਸੀਂ ਗੱਲ ਕਰ ਰਹੇ ਹੋ ਚਾਕਲੇਟਸ ਵਗੈਰਾ ਦੀ, ਦੇਖੋ ਜਿਹੜੇ ਤਾਂ ਇੱਥੇ ਵੀ ਅਸੀਂ ਗੱਲ ਕਰਦੇ ਹਾਂ, ਇੱਕ ਵਾਰਨਿੰਗ ਹੀ ਜਾਰੀ ਕਰਦੇ ਹੁੰਦੇ ਆ ਵੀ ਭਾਈ ਤੁਸੀਂ ਬਾਹਰ ਜਾਂਦੇ ਹੋ, ਕਿਸੇ ਧਾਰਮਿਕ ਥਾਂ ਤੇ ਵੀ ਜਾਂਦੇ ਹੋ, ਕਿਸੇ ਤੋਂ ਇਸੇ ਤਰ੍ਹਾਂ ਪ੍ਰਸ਼ਾਦ ਨਾ ਫੜ ਲਵੋ, ਪਤਾ ਨਹੀਂ ਕੀ ਕੁਝ ਮਿਕਸ ਹੋ ਸਕਦਾ। ਬਿਲਕੁਲ। ਉਸੇ ਤਰ੍ਹਾਂ ਜਦੋਂ ਉਹਨਾਂ ਥਾਵਾਂ ਤੇ ਵੀ ਆਪਾਂ ਇਹੋ ਜਿਹੀ ਚੀਜ਼ ਫੜਦੇ ਹਾਂ ਤਾਂ ਹਮੇਸ਼ਾ ਜੇ ਚਾਕਲੇਟਸ ਜਾਂ ਟੌਫੀਜ਼ ਨੇ ਉਹਨਾਂ ਦੇ ਬਾਹਰ ਜ਼ਰੂਰ ਲੇਬਲ ਪੜ੍ਹ ਲੈ ਜਾਣ, ਤੇ ਜਾਂ ਫਿਰ ਅਵੋਇਡ ਕਰ ਲਈ ਜਾਵੇ ਇਹ ਚੀਜ਼ ਉਹਨਾਂ ਨੂੰ ਕਿ ਨਹੀਂ ਜੀ ਅਸੀਂ ਆਪਣਾ ਬਣਵਾ ਲੈਂਦੇ ਹਾਂ ਵੱਖਰਾ ਇੱਕ ਸ਼ੇਕ, ਅਸੀਂ ਇਹ ਨਹੀਂ ਲੈਣਾ ਚਾਹੁੰਦੇ। ਜੀ। ਹਾਂ, ਇਸ ਤਰ੍ਹਾਂ ਦਾ ਤੁਸੀਂ ਪੋਲਾਈਟਲੀ ਇਹ ਚੀਜ਼ ਅਵੋਇਡ ਕਰਨ ਦੀ ਲੋੜ ਹੈ, ਪਰ ਗੱਲ ਇਹ ਹੈ ਜੀ। ਪਤਾ ਹੋਣਾ ਚਾਹੀਦਾ ਕਿਉਂਕਿ ਇੱਕ ਬਹੁਤ ਇੱਕ ਭੈਣ ਰਾਣੀ ਇਹ ਨੁਕਤਾ ਹੈ, ਦੇਖੋ ਚਲੋ ਪਤਾ ਤੁਹਾਨੂੰ ਵੀ ਹੈ, ਬ੍ਰਾਂਡ ਹੈ, ਪਰ ਕਈ ਚੀਜ਼ਾਂ ਅਸੀਂ ਸ਼ੇਅਰ ਨਹੀਂ ਕਰ ਪਾਉਂਦੇ। ਕੋਈ ਸਿਸਟਮ ਹੈ, ਡਾਕਟਰ ਤੁਹਾਡੇ ਦੋਸਤ ਇੱਥੋਂ ਹੀ ਕਿੰਨੇ ਸਾਰੇ ਤੁਹਾਡੇ ਕੋਲੀਗ, ਤੁਹਾਡੇ ਖਾਸ ਕਰਕੇ ਚੇਲੇ ਬਾਲ ਕੇ ਕਿੰਨੇ ਲੋਕ ਉੱਥੇ ਹੈ ਨੇ ਜਿਹੜੇ ਪ੍ਰੈਕਟਿਸ ਦੇ ਵਿੱਚ ਨੇ। ਪਰ ਜਿਸ ਤਰ੍ਹਾਂ ਇਹ ਬੱਚੇ ਨੇ ਕੁਛ, ਜਿਸ ਤਰ੍ਹਾਂ ਜਰਨਲਿਜ਼ਮ ਦਾ ਕੰਮ ਕਰਨ ਲੋਕੀ, ਹਰ ਬੰਦਾ ਜਰਨਲਿਸਟ ਹੈ ਅੱਜ ਕੱਲ੍ਹ, ਬ੍ਰੌਡਕਾਸਟਰ ਹੈ, ਜਿਵੇਂ ਕੁਛ ਉੱਥੇ ਖਾਸ ਚੀਜ਼ਾਂ ਦੇ ਰੈਪਰ ਨੇ, ਕਿਉਂਕਿ ਅਸੀਂ ਇਨਗਰੈਂਟਸ ਕੀ ਹੈ, ਲਿਖਿਆ ਕੀ ਹੈ, ਕਦੇ ਨਹੀਂ ਪੜ੍ਹਦੇ, ਜਾਂ ਲਿਖਿਆ ਹੀ ਬਹੁਤ ਬਰੀਕ ਹੁੰਦਾ। ਪਰ ਜਿਹੜੇ ਇਸ ਪਾਸੇ ਕੋਈ ਕੰਮ ਕਰਨਾ ਚਾਹੁੰਦੇ ਨੇ, ਜਾਂ ਇਹ ਬੱਚੇ ਜਿਹਨੇ ਇਹਨਾਂ ਚੀਜ਼ਾਂ ਤੋਂ ਸਤਰਕ ਹੋ ਚੁੱਕੇ ਨੇ, ਪੀੜਤ ਹੋ ਚੁੱਕੇ ਨੇ, ਉਹਨਾਂ ਨੂੰ ਇਹ ਜ਼ਰੂਰ ਚਾਹੀਦਾ ਕਿ ਉਹਨਾਂ ਦੇ ਉਹ ਰੈਪਰ ਜਾਂ ਉਹਨਾਂ ਦੀ ਸ਼ੇਪ ਜਾਂ ਉਹਨਾਂ ਦੇ ਕੋਈ ਸਿੰਪਟਮ ਉਹ ਜ਼ਰੂਰ ਜਨਤਕ ਕਰਨ ਆਪਣੇ ਤੌਰ 'ਤੇ। ਮੇਰਾ ਖਿਆਲ ਹੈ ਇੱਦਾਂ ਸ਼ਾਇਦ ਦੂਸਰੇ ਬੱਚੇ ਬਚ ਸਕਦੇ ਨੇ ਕਿ ਇਸ ਚੀਜ਼ ਤਰ੍ਹਾਂ ਦੀ ਜੇ ਕੋਈ ਰੈਪ ਕੀਤੀ ਹੈ ਇਸ ਬੋਟਲ ਦੇ ਵਿੱਚ ਆ ਤਾਂ ਇਹ ਤੁਹਾਡੇ ਲਈ ਨੁਕਸਾਨਦਾਇਕ ਹੋ ਸਕਦੀ ਹੈ। ਉਹ ਮੇਰਾ ਖਿਆਲ ਆ ਵਾਜਬ ਹੈ ਆਮ ਭਾਸ਼ਾ 'ਚ ਨਵੇਂ ਬੱਚਿਆਂ ਨੂੰ ਦੱਸਣ ਦੇ ਵਾਸਤੇ, ਕਿਉਂਕਿ ਸਾਡੇ ਤਾਂ ਹਾਲਾਤ ਇਹ ਨੇ, ਇੱਥੇ ਜੁਟਰਫਾ ਲਾਇਆ ਸੀ ਰਤਨਜੋਤ, ਸਕੂਲਾਂ 'ਚ ਲਾਤਾ ਕਿ ਤੇਲ ਬਣੋ, ਬੱਚੇ ਬੇਰ ਸਮਝ ਕੇ ਖਾਈ ਗਏ। ਸੈਂਕੜੇ ਬੱਚੇ ਤਾਂ ਤੁਹਾਡੇ ਕੋਲ ਹਸਪੀਟਲ 'ਚ ਆਏ ਹੋਣੇ ਆ ਜਿਹੜੇ ਰਤਨਜੋਤ ਜੁਟਰਫਾ ਫਲ ਦੇ ਭੁਲੇਖੇ ਖਾ ਕੇ ਬੇਹੋਸ਼ ਹੋਏ ਸੀਗੇ। ਅਸੀਂ ਤਾਂ ਇੱਥੇ ਖੜੇ ਹਾਂ, ਮਾफ़ ਕਰਨਾ। ਸੋ ਇਹ ਚੀਜ਼ ਜੇ ਦੱਸੀ ਜਾਵੇ ਕਿ ਇਹ ਫਾਇਦੇਮੰਦ ਹੈ, ਇਹ ਨੁਕਸਾਨਦਾਇਕ ਹੈ, ਜ਼ਹਿਰੀਲਾ ਹੈ, ਤੇ ਤਾਂ ਸ਼ਾਇਦ ਬਚ ਸਕਦੇ ਆ। ਜੀ ਭੈਣ ਰਾਣੀ। ਦੇਖੋ ਕੁਝ ਚੀਜ਼ਾਂ ਸ਼ਾਇਦ ਤੁਹਾਡੇ ਵੀ ਕਿਆਸੋਂ ਬਾਹਰ ਹੋਣ, ਕਿਉਂਕਿ ਡਰੱਗ ਰੈਕਟ ਜਿਵੇਂ ਚੱਲਦੇ ਨੇ ਇਹ ਹੁਣ ਮਲਟੀ ਟ੍ਰਿਲੀਅਨ ਡਾਲਰ ਦਾ ਇਹ ਤਾਂ ਹੁਣ ਇਸ ਵੇਲੇ ਬਣ ਚੁੱਕਾ ਹੈ। ਬਿਲਕੁਲ। ਇੰਨਾ ਕਾਲਾ ਜੇ ਫੜਿਆ ਜਾ ਸਕੇ ਫਿਰ ਤਾਂ ਸ਼ਾਇਦ ਇਹ ਇੰਨਾ ਚੱਲਦਾ ਨਾ। ਸੋ ਉੱਥੇ ਦੀਆਂ ਜਿਵੇਂ ਆਪਾਂ ਭੰਗ ਦੇ ਪਕੌੜਿਆਂ ਦੇ ਵਿੱਚ ਕਹਿ ਸਕਦੇ ਹਾਂ ਨਾ, ਲੱਭਿਆ ਨਹੀਂ ਜਾ ਸਕਦਾ ਕਿਹਨੂੰ ਕੀ ਖਵਾ ਦਿੱਤਾ, ਸਹੀ ਗੱਲ। ਉਸੇ ਤਰ੍ਹਾਂ ਉਹ ਚਾਕਲੇਟਸ ਬਿਲਕੁਲ ਨਾਰਮਲ ਰੈਪਰ ਦੇ ਵਿੱਚ ਹੀ ਸਿਰਫ ਇੱਕ ਜਿਵੇਂ ਕਿਸੇ ਦੇ ਕੋਨੇ ਤੇ ਇੱਕ ਬਲੂ ਡਾਟ ਜਿਹਾ ਹੋਏਗਾ ਜਾਂ ਇੰਨਾ ਮਹੀਨ ਉਹ ਵੱਖ ਉਹਦੇ ਚ ਕਰਦੇ ਨੇ, ਤੇ ਖਾਸ ਤੌਰ ਤੇ ਜੇ ਰੈਪਰ ਖੋਲ ਕੇ ਹੀ ਤੁਹਾਨੂੰ ਫੜਾ ਦਿੱਤਾ ਗਿਆ ਤੇ ਤੁਸੀਂ ਕਿਵੇਂ ਫੜ ਸਕਦੇ ਹੋ ਵੀ ਹਾਂ ਜੀ ਇੱਕ ਕੈਨੇਡਾ 'ਚ ਖੜੇ ਹਾਂ ਅਸੀਂ ਕੋਨੇ ਤੇ ਸਾਨੂੰ ਕਿਸੇ ਨੇ ਚਾਕਲੇਟ ਦਾ ਪੀਸ ਆਫਰ ਕਰ ਦਿੱਤਾ ਹੈ। ਸੋ ਤੁਸੀਂ ਸਮਝ ਹੀ ਸਕਦੇ ਹੋ ਕਿ ਇੰਨਾ ਸੌਖਾ ਇਸ ਤੋਂ ਬਚਣਾ ਨਹੀਂ। ਫਿਰ ਸਿਗਰਟ ਸਮੋਕਿੰਗ ਦੇ ਵਿੱਚ ਜਿਸ ਤਰੀਕੇ ਇਸ ਵੇਲੇ ਤੜਾਤੜ ਡਰੱਗਸ ਇਹਦੇ ਚ ਪਾ ਕੇ ਦਿੱਤੀਆਂ ਜਾ ਰਹੀਆਂ ਨੇ ਜਿਨ੍ਹਾਂ ਨਾਲ ਕੈਂਸਰ ਹੋ ਰਿਹਾ ਹੈ ਜਾਂ ਫੇਫੜਿਆਂ ਦੇ ਰੋਗ ਬਣ ਰਹੇ ਨੇ, ਉਹ ਇੱਕ ਵੱਖਰੀ ਚੀਜ਼ ਸਾਹਮਣੇ ਆ ਰਹੀ ਜੇ। ਪਰ ਇਹ ਸਭ ਤੋਂ ਡੇਂਜਰਸ ਇੱਥੇ ਹੀ ਨਹੀਂ, ਆਨਲਾਈਨ ਧੁਨੀਆਂ, ਹੁਣ ਤੁਸੀਂ ਹੈਰਾਨ ਹੋ ਜਾਓਗੇ ਕੰਪਿਊਟਰ ਦੇ ਉੱਤੇ ਤੁਸੀਂ ਸਾਰਾ ਕੰਮ ਹੀ ਉੱਥੇ ਹੋਣਾ ਕੰਪਿਊਟਰ ਤੇ ਹੈ। ਮੈਨੂੰ ਇਹ ਦੱਸ ਦਿਓ ਇੱਥੋਂ ਕਿਵੇਂ ਬਚੋਗੇ ਕਿ ਜੇ ਉਹਦੇ ਵਿੱਚ ਤੁਸੀਂ ਕੋਈ ਮਿਊਜ਼ਿਕ ਦੀ ਐਪ ਡਾਊਨਲੋਡ ਕਰ ਰਹੇ ਹੋ, ਉਹਦੇ ਵਿੱਚ ਕਿਸ ਤਰੀਕੇ ਇੰਸਟਾਲ ਕੀਤੀਆਂ ਹੁੰਦੀਆਂ ਕੁਝ ਜਿਹੜੀਆਂ ਉਹ ਧੁਨੀਆਂ ਜਿਹੜੀਆਂ ਤੁਹਾਨੂੰ ਦਿਮਾਗ ਦੇ ਉਸ ਹਿੱਸੇ ਨੂੰ ਤੁਹਾਡੇ ਨੂੰ ਸਟਿਮੂਲੇਟ ਕਰਦੀਆਂ ਨੇ ਜਿੱਥੇ ਅਡਿਕਸ਼ਨ ਹੋ ਸਕਦੀ ਜੇ। ਹੁਣ ਤੁਸੀਂ ਇਹ ਕੀ ਉਹ ਢੰਗ ਤਰੀਕੇ ਲੱਭਦੇ ਨੇ ਕਿ ਉਹ ਪੂਰਾ ਰਿਕਾਰਡ ਰੱਖਿਆ ਜਾਂਦਾ ਕਿਸ ਬੱਚੇ ਨੇ ਕਿੰਨੀ ਦੇਰ ਇਹ ਸੁਣਿਆ, ਫਿਰ ਉਹਦੇ ਵਿੱਚ ਹੋਰ ਐਡੀਸ਼ਨ ਕੀਤੀ ਜਾਂਦੀ ਜੇ, ਫਿਰ ਹੋਰ,
ਤੇ ਫਿਰ ਜਦੋਂ ਦਿਖਦਾ ਹੈ ਆਦੀ ਹੋ ਗਿਆ, ਫਿਰ ਕਿਵੇਂ ਉੱਥੋਂ ਕੰਟੈਕਟ ਕੀਤਾ ਜਾਂਦਾ ਜੇ ਈਮੇਲਾਂ ਰਾਹੀਂ ਸਭ ਕੁਝ। ਇਹੋ ਜਿਹੇ ਹੋਰ ਵੀ ਨੇ, ਅਸੀਂ ਹੋਰ ਐਡਵਾਂਸ ਦੇ ਸਕਦੇ ਹਾਂ ਫ੍ਰੀ ਆਫ ਕਾਸਟ। ਸੋ ਜਦੋਂ ਉਹ ਦੇਖਿਆ ਜਾਂਦਾ ਕਿ ਉਹ ਬੱਚਾ ਪੂਰੀ ਤਰ੍ਹਾਂ ਉਹਦੇ ਵਿੱਚ, ਯਾਨੀ ਕਈ ਸ਼ੁਰੂ ਹੋਇਆ ਜਿੱਥੇ ਅੱਧਾ ਸਕਿੰਟ ਤੋਂ ਲੈ ਕੇ ਹੁਣ ਉਹ 5-5 ਅੱਧਾ ਘੰਟਾ ਵੀ ਸੁਣ ਰਿਹਾ, ਫਿਰ ਸ਼ੁਰੂ ਹੁੰਦਾ ਜੇ ਇਹ ਡਰੱਗਸ ਦਾ ਸਿਲਸਿਲਾ ਕਿ ਕਿਸ ਤਰੀਕੇ ਤੁਸੀਂ ਆ ਹੁਣ ਤੁਹਾਨੂੰ ਗਿਫਟ ਵਜੋਂ ਚਾਕਲੇਟਸ ਭੇਜਾਂਗੇ, ਟੌਫੀਜ਼ ਭੇਜਾਂਗੇ। ਤੁਸੀਂ ਸਮਝ ਸਕਦੇ ਹੋ ਕਿ ਉੱਥੋਂ ਉਸ ਨੈਕਸਸ ਚੋਂ ਬੱਚੇ ਲਈ ਬਚਣਾ ਨਾਮੁਮਕਿਨ ਹੋ ਜਾਂਦਾ, ਜਿੱਥੇ ਨਾ ਉਹਦੇ ਸਹਾਈ ਹੋ ਰਹੇ ਨੇ, ਨਾ ਪੇਰੈਂਟਸ ਪਿੱਛੋਂ ਉਹਦੀ ਸਪੋਰਟ ਵਿੱਚ ਖੜੇ ਨੇ। ਤਾਂ ਦੱਸੋ ਇਹ ਕਿੱਥੇ ਜਾਣ। ਸੋ ਮੈਂ ਤਾਂ ਸਿਰਫ ਇਹੋ ਕਹਿਣਾ ਚਾਹਾਂਗੀ ਕਿ ਬੱਚੇ 10ਵੀਂ 12ਵੀਂ ਦੇ ਅੱਲੜ ਉਮਰ ਵਿੱਚ ਜਦੋਂ ਬਾਹਰ ਆਉਂਦੇ ਨੇ, ਉਹ ਸ਼ਾਇਦ ਇਹ ਬਿਲਕੁਲ ਸਮਝ ਨਹੀਂ ਰੱਖਦੇ ਕਿੱਥੇ ਬਚਣਾ ਕਿੱਥੇ ਨਹੀਂ। ਸੋ ਬਿਹਤਰ ਹੈ ਕਿ ਆਪਾਂ ਬਾਹਰ ਜਾ ਕੇ ਪਲਾਸਟਿਕ ਦੇ ਡੱਬੇ ਪੈਕ ਕਰਨ ਨਾਲੋਂ ਤੁਸੀਂ ਵਧੀਆ, ਮੈਂ ਉਸ ਪਲਾਸਟਿਕ ਦੇ ਡੱਬੇ ਪੈਕ ਕਰਨ ਨੂੰ ਬਿਲਕੁਲ ਮਾੜਾ ਨਹੀਂ ਗਿਣਦੀ, ਪਰ ਮੈਂ ਚਾਹੁੰਦੀ ਕਿ ਸਾਡੇ ਪੰਜਾਬ ਦੇ ਬੱਚੇ ਪੜ੍ਹ ਲਿਖ ਕੇ ਅਫਸਰ ਬਣ ਕੇ ਜਾਣ। ਕੰਮ ਕੋਈ ਵੀ ਮਾੜਾ ਨਹੀਂ ਹੁੰਦਾ, ਤੁਸੀਂ ਅਫਸਰ ਕੇ ਵੀ ਡੱਬੇ ਪੈਕ ਕਰੋ, ਕਿਉਂ ਨਾ ਕਰੋ, ਲੋ ਮੈਂ ਵੀ ਕਰ ਸਕਦੀ ਹਾਂ। ਪਰ ਗੱਲ ਇਹ ਹੈ ਕਿ ਅਸੀਂ ਜੇ ਹਮੇਸ਼ਾ ਹੀ ਹੇਠਲੀ ਪੱਧਰ ਤੇ ਹੀ ਖੜੇ ਰਹਿ ਗਏ ਤਾਂ ਫਿਰ ਅਗਾਂਹ ਲੰਘਣਾ ਸਾਡੇ ਲਈ ਬਹੁਤ ਔਖਾ ਹੋਏਗਾ। ਸਾਡੇ ਪੁਰਖਿਆਂ ਨੇ ਬਹੁਤ ਮਿਹਨਤ ਕੀਤੀ ਹੈ, ਸਾਡੇ ਵੀਰਾਂ ਭੈਣਾਂ ਤੇ ਜਾ ਕੇ ਉਮਰਾਂ ਹੰਢਾਈਆਂ ਨੇ, ਜਿੱਥੇ ਉਹਨਾਂ ਨੇ ਕੰਮ ਕਰ ਕਰਕੇ ਅੱਜ ਦੇ ਉਹ ਅਹੁਦਿਆਂ ਤੇ ਪਹੁੰਚੇ ਨੇ। ਪਰ ਸਾਡੇ ਇੱਥੋਂ ਦੇ ਜੇ ਬਿਹਾਰ ਤੋਂ, ਯੂਪੀ ਤੋਂ, ਗੁਜਰਾਤ ਤੋਂ ਉਹ ਵੱਡੀ ਪਦਵੀ ਹਾਸਲ ਕਰਕੇ, ਡਿਗਰੀਆਂ ਹਾਸਲ ਕਰਕੇ ਸਿੱਧੀਆਂ ਉੱਚੀਆਂ ਪਦਵੀਆਂ ਤੇ ਪਹੁੰਚ ਰਹੇ ਨੇ, ਤਾਂ ਸਾਡੇ ਪੰਜਾਬੀ ਕਿਉਂ ਇਹ ਰਾਹ ਇਖਤਿਆਰ ਨਹੀਂ ਕਰਦੇ? ਕਿਉਂ ਬਸ ਇੱਕੋ ਹੀ ਰਾਹ ਦਿਸਦਾ, ਸਿਰਫ ਹੀ ਟਰੱਕ ਚਲਾਵਾਂਗੇ ਜਾਂ ਸਿਰਫ ਹੀ ਜਾ ਕੇ ਉੱਥੇ ਢਾਬਿਆਂ ਤੇ ਕੰਮ ਕਰ ਲਾਂਗੇ ਜਾਂ ਇਸ ਥਾਂ ਤੇ। ਮੈਂ ਫਿਰ ਤੀਸਰੀ ਵਾਰ ਦੁਹਰਾ ਰਹੀ ਹਾਂ, ਮੈਂ ਇਹ ਕੰਮ ਮਾੜੇ ਨਹੀਂ ਗਿਣਦੀ, ਪਰ ਗੱਲ ਇਹ ਹੈ ਕਿ ਤੁਸੀਂ ਜੇ ਪੜ੍ਹ ਲਿਖ ਕੇ ਜਾਓਗੇ ਤੁਹਾਡਾ ਹੋਰ ਦਬਦਬਾ ਵੱਖ ਤਰ੍ਹਾਂ ਦਾ ਹੁੰਦਾ ਹੈ। ਆਪਾਂ ਦਰਬਾਰੀ ਬਣ ਕੇ ਕਿਉਂ ਜਾਣਾ? ਆਪਾਂ ਰਾਜ ਕੀਤਾ ਸੀ, ਰਾਜ ਕਰਨ ਵਾਲੇ ਆ ਤੇ ਰਾਜ ਹੀ ਕਰਨਾ ਚਾਹੀਦਾ। ਸੋ ਕੁਛ ਨਾ ਕੁਛ ਡਿਗਰੀ ਹਾਸਲ ਕਰਕੇ ਜਾਣ, ਫਿਰ ਜ਼ਰੂਰ ਉਹ ਆਪਣਾ ਅਹੁਦਾ ਬਰਕਰਾਰ ਰੱਖਣਗੇ। ਇਹਨਾਂ ਚੀਜ਼ਾਂ ਵੱਲ ਫਿਰ ਛੇਤੀ ਧੱਕੇ ਨਹੀਂ ਜਾਣਗੇ, ਸਗੋਂ ਉਹਨਾਂ ਦਾ ਕੋਈ ਨਾ ਕੋਈ ਉਸ ਸਮੇਂ ਤੱਕ, ਉਸ ਉਮਰ ਤੱਕ ਜਾਣ ਵੇਲੇ ਉਹਨਾਂ ਦੀ ਸੋਚ ਸਮਝਣ ਦੀ, ਜਿਹੜੀ ਸੋਚਣ ਸਮਝਣ ਦੀ ਸ਼ਕਤੀ ਵੀ ਬੜੀ ਵਧੀ ਹੁੰਦੀ ਜੇ, ਵਿਕਸਿਤ ਹੁੰਦੀ ਜੇ, ਤਾਂ ਇਹਨਾਂ ਚੀਜ਼ਾਂ ਤੋਂ ਸੌਖਿਆਂ ਬਚ ਸਕਣਗੇ। ਜੀ ਭੈਣ, ਮੈਨੂੰ ਚੇਤੇ ਆਉਂਦੇ ਆ ਤੁਹਾਡੇ ਸਕੇ ਵੀਰ ਸਾਹ ਜੈਰੂਪ ਸਿੰਘ ਬਠਿੰਡਾ ਯੂਨੀਵਰਸਿਟੀ ਦੇ ਜਦੋਂ ਵਾਈਸ ਚਾਂਸਲਰ ਬਣੇ। ਮੈਂ ਇੰਟਰਵਿਊ ਕੀਤਾ, ਡੇਢ ਦਹਾਕੇ ਦੀ ਗੱਲ ਹੈ, ਸ਼ਾਇਦ 12-11 'ਚ। ਉਦੋਂ ਤੁਹਾਡਾ ਭਤੀਜਾ ਵੀ ਜਰਮਨ ਸਟੱਡੀ ਕਰ ਰਿਹਾ ਸੀ। ਤੁਹਾਡੀ ਭਾਬੋ ਰਾਣੀ, ਜਿਨ੍ਹਾਂ ਨੇ ਪੰਜਾਬ ਦੇ ਪੰਛੀ, ਇੱਕ ਦਰਸ਼ਨੀ ਦਾਵਤ, ਬਾਕਮਾਲ ਕਿਤਾਬ ਲਿਖੀ ਸੀ, ਅੱਜ ਵੀ ਮੇਰੇ ਕੋਲੋਂ ਗਿਫਟ ਪਿਆ। ਅਤੇ ਉਹਨਾਂ ਨੇ ਸਾਹ ਜੈਰੂਪ ਸਿੰਘ ਹੋਰਾਂ ਨੇ ਇੱਕ ਗੱਲ ਆਖੀ ਸੀ ਕਿ ਉਦੋਂ 2010-11 'ਚ ਕਾਫੀ ਚੱਲਣ ਵਧਿਆ ਸੀ NRI ਦੇ ਜਾਣ ਦਾ, ਬੱਚਿਆਂ ਦੇ ਜਾਣ ਦਾ। ਉਹ ਕਹਿੰਦੇ ਸਾਡੇ ਬੱਚੇ ਬ੍ਰਾਂਡ ਅੰਬੈਸਡਰ ਤਾਂ ਹੀ ਬਣਨਗੇ ਜੋ ਉੱਥੇ ਉੱਚ ਅਹੁਦਿਆਂ 'ਤੇ ਹੋਣਗੇ। ਕੰਮ ਕੋਈ ਮਾੜਾ ਨਹੀਂ, ਪਰ ਆਪਣੀ ਸਟੱਡੀ ਦੀ ਲਗਾਤਾਰਤਾ ਉੱਥੇ ਰੱਖਣੀ ਚਾਹੀਦੀ ਹੈ। ਸਾਡੇ ਬੱਚੇ 99% ਮੇਰੇ ਖਿਆਲ ਸਟੱਡੀ ਫਿਰ ਛੱਡ ਜਾਂਦੇ ਨੇ PR ਹੋਣ ਤੋਂ ਬਾਅਦ। ਸੋ ਅੱਛੇ ਬ੍ਰਾਂਡ ਅੰਬੈਸਡਰ ਬਣੋ, ਅੱਛੇ ਸ਼ੋਬਿਆਂ 'ਤੇ ਜਾਓ। ਜਿਸ ਤਰ੍ਹਾਂ ਤੁਸੀਂ ਇਹ ਖਤਰਨਾਕ ਕੰਪਿਊਟਰ ਧੁਨੀਆਂ ਦੀ ਗੱਲ ਕੀਤੀ, ਫਿਰ ਉਸ ਧੁਨੀਆਂ ਨੂੰ ਸੁਣਨ ਵਾਲਿਆਂ ਨੂੰ ਖਾਸ ਪ੍ਰੋਡਕਟ ਦਿੱਤੇ ਜਾਂਦੇ ਨੇ। ਪਹਿਲਾਂ ਫ੍ਰੀ ਲਾਗ ਲਾਈ ਜਾਂਦੀ ਹੈ। ਹਰੇ ਰਾਮਾ ਹਰੇ ਕ੍ਰਿਸ਼ਨਾ ਮਿਸ਼ਨ ਵੀ ਆਇਆ ਸੀ, ਦਮ ਮਾਰੋ ਦਮ, ਫਿਰ ਉਹ ਧੂਆਂ ਧਾਰ। ਇਹ ਚੀਜ਼ਾਂ ਪਹਿਲਾਂ ਵੀ ਦਹਾਕਿਆਂ ਪਹਿਲਾਂ ਚੱਲੀਆਂ ਨੇ, ਉਦੋਂ ਇਹ ਚੀਜ਼ਾਂ ਅਸੀਂ ਹੰਢਾ ਚੁੱਕੇ ਹਾਂ। ਪਰ ਹੁਣ ਸਾਈਬਰ ਸਿਸਟਮ 'ਤੇ ਇਹ ਚੀਜ਼ਾਂ ਚੱਲ ਰਹੀਆਂ ਨੇ, ਜਿਨ੍ਹਾਂ ਦੇ ਬਾਰੇ ਬਹੁਤ ਘੱਟ ਲੋਕ ਸੁਚੇਤ ਨੇ, ਮੀਡੀਆ ਵੀ ਘੱਟ ਸੁਚੇਤ ਆ। ਤੁਸੀਂ ਡਾਕਟਰ ਲੋਕ ਇਹਨਾਂ ਚੀਜ਼ਾਂ ਨੂੰ ਵਾਚ ਦਿਓ, ਕਿਉਂਕਿ ਵੇਲੇ ਦਾ ਰਾਗ ਕਵੇਲੇ ਦੀਆਂ ਟੱਕਰਾਂ। ਸੰਗੀਤ ਹਰ ਬੰਦੇ 'ਤੇ, ਹਰ ਜਾਨਵਰ, ਜਨੌਰ, ਬਨਸਪਤੀ 'ਤੇ ਵੀ ਅਸਰ ਪਾਉਂਦਾ ਹੈ। ਰਾਗ ਸਵੇਰ ਦਾ, ਸ਼ਾਮ ਦਾ, ਭੈਰਵਾਈ, ਜਿੰਨੇ ਵੀ ਰਾਗ ਨੇ, ਇਹ ਸਮੇਂ ਮੁਤਾਬਕ ਤੁਹਾਡੇ ਮਨ 'ਤੇ, ਤਨ 'ਤੇ ਅਸਰ ਪਾਉਂਦੇ ਨੇ। ਸੋ ਉਸ ਸਿਲਸਿਲੇ 'ਚ ਸਾਨੂੰ ਸਮਝਣ ਦੀ ਜ਼ਰੂਰਤ ਹੈ ਕਿ ਇਹਨਾਂ ਸ਼ਾਤਰ ਲੋਕਾਂ ਨੇ ਸੰਗੀਤ ਦੀਆਂ ਧੁਨੀਆਂ ਰਾਹੀਂ ਵੀ ਸੰਸਾਰ ਨੂੰ ਕਾਬੂ ਕਰ ਲਿਆ। ਸੋ ਬਹੁਤ ਤੁਸੀਂ ਭੈਣਾਂ ਨੇ ਸਤਰ ਕੀਤਾ, ਤੁਹਾਡੀ ਮਸ਼ਰੂਫੀਅਤ ਬਹੁਤ ਜ਼ਿਆਦਾ। ਜਾਂਦੇ ਜਾਂਦੇ ਹੋਰ ਅਲਫਾਜ਼, ਕਿਉਂਕਿ ਭੈਣਾਂ ਵਰਜਦੀਆਂ ਹੀ ਹੁੰਦੀਆਂ ਨੇ, ਤੁਸੀਂ ਬਹੁਤ ਸੰਕੋਚ ਨਾਲ ਗੱਲ ਸਮਝਾਉਂਦੇ ਹੋ, ਪਰ ਫਿਰ ਵੀ ਉਹ ਇੱਕ ਆਪਣੱਤ ਹੁੰਦੀ ਹੈ। ਚਲੋ ਅਸੀਂ ਜਰਨਲਿਸਟਾਂ ਠਾਹ ਸੋਟਾ ਮਾਰ ਦਿੰਦੇ ਹਾਂ, ਪਰ ਫਿਰ ਵੀ ਜਾਂਦੇ ਜਾਂਦੇ ਕੋਈ ਖਾਸ ਸੰਦੇਸ਼ NRI ਬੱਚਿਆਂ ਨੂੰ, ਖਾਸ ਕਰਕੇ ਉਹਨਾਂ ਦੇ ਮਾਪਿਆਂ ਨੂੰ, ਜਿਹੜੇ ਉਹ ਵੀ ਕਿਤੇ ਨਾ ਕਿਤੇ ਜ਼ਿਆਦਤੀ ਕਰ ਜਾਂਦੇ ਨੇ ਆਪਣੀ ਜਵਾਨੀ 'ਤੇ। ਜਬਰੀ ਵਿਦੇਸ਼ ਜਾਣ ਦਾ ਰੁਝਾਨ ਜਾਂ ਜਬਰੀ ਡਿਮਾਂਡ ਕਿ ਆਹ ਫੋਨ ਭੇਜ, ਆਹ ਫੋਨ ਭੇਜ, ਅਤੇ ਜ਼ਰੂਰ ਜਾਂਦੇ ਜਾਂਦੇ ਉਹਨਾਂ ਮਾਪਿਆਂ ਨੂੰ ਵੀ ਕੁਛ ਆਖ ਕੇ ਜਾਇਓ ਜੀ। ਮੈਂ ਇੱਕ ਸਿਰਫ ਹੋਰ ਗੱਲ, ਤੁਹਾਡੀ ਜਿਹੜੀ ਪੁੱਛਿਆ ਸਵਾਲ ਜੋ ਰਹਿ ਗਿਆ ਸੀ, ਉਹ ਮੈਂ ਅੱਧੇ ਕੁ ਮਿੰਟ ਤੱਕ ਕਿਹਾ ਸੀ ਕਿ
ਲੀਗਲਾਈਜ਼ ਹੋਏ ਨੇ, ਜਿਵੇਂ USA 'ਚ ਜਾਂ ਆਸਟ੍ਰੇਲੀਆ 'ਚ ਜਾਂ ਕੈਨੇਡਾ ਜਾਂ ਸਾਊਥ ਅਮਰੀਕਾ 'ਚ ਨਸ਼ੇ ਲਈ, ਉਹਦੀਆਂ ਕੋਈ ਕਾਰਨ ਸਨ। ਦੇਖੋ ਕਾਰਨ ਇਹ ਸੀ ਕਿ ਕੁਝ ਦਿਮਾਗੀ ਰੋਗ ਜਿਨ੍ਹਾਂ ਵਿੱਚ ਪੱਠੇ ਖਿੱਚੇ ਜਾਂਦੇ ਨੇ, ਉਹਨਾਂ ਵਿੱਚ ਇਹਦੀ ਜ਼ਰੂਰਤ ਸੀ ਦੇਣ ਦੀ ਕਿ ਉਹਦੇ ਨਾਲ ਰਿਲੈਕਸੇਸ਼ਨ ਹੋ ਜਾਏ, ਜਾਂ ਟਰਮੀਨਲ ਕੈਂਸਰ ਯਾਨੀ ਉਹ ਹੁਣ ਜਿੱਥੇ ਦਰਦ ਬਰਦਾਸ਼ਤ ਤੋਂ ਬਾਹਰ ਹੈ ਤੇ ਬੰਦੇ ਦੀ ਜ਼ਿੰਦਗੀ ਕੁਛ ਖਾਸ ਰਹੀ ਨਹੀਂ, 15 ਦਿਨ ਜਾਂ ਕਹਿ ਦੋ ਕਿ ਮਸਾਂ ਹੀ ਹਫਤਾ ਹੈ, ਤਾਂ ਉਦੋਂ ਇਹ ਨਸ਼ਾ ਦੇਣ ਲਈ ਇਹਨੂੰ ਲੀਗਲਾਈਜ਼ ਕੀਤਾ ਗਿਆ। ਬਿਲਕੁਲ ਇਸੇ ਤਰ੍ਹਾਂ ਬੜੀ ਤਗੜੀ ਜੇ ਸਿਰ ਦੀ ਸੱਟ ਹੋਵੇ ਜਾਂ ਉਹਦੇ ਵਿੱਚ ਨਿਊਰੋ ਪ੍ਰੋਟੈਕਟਿਵ ਰੋਲ ਅਦਾ ਕਰਨ ਲਈ, ਯਾਨੀ ਸਿਰਫ ਇਹ ਸਿਲੈਕਟਿਵ ਚੀਜ਼ਾਂ ਲਈ ਇਹ ਸਿਰਫ ਦਿੱਤਾ ਦਿੱਤੇ ਗਿਆ, ਜਾਣ ਜੀ। ਦੀ ਦੁਰਵਰਤੋਂ ਹੋਈ। ਹੂੰ ਪਰ ਜਿਹੜਾ ਤੁਸੀਂ ਸੁਨੇਹਾ ਦੇਖੋ, ਗੱਲ ਇਹ ਹੁੰਦੀ ਜੇ ਕਿ ਜਦੋਂ ਅਸੀਂ ਪਰਵਰਿਸ਼ ਕਿਸ ਢੰਗ ਨਾਲ ਕੀਤੀ ਜੇ, ਹੂੰ ਉਹ ਬਹੁਤ ਅਹਿਮ ਹੁੰਦੀ ਹੈ। ਇੱਕ ਹੂੰ, ਬੂਟਾ ਹੂੰ, ਜਿਹਦੀਆਂ ਜੜ੍ਹਾਂ ਡੂੰਘੀਆਂ ਹੋਣਗੀਆਂ ਨਾ, ਉਹ ਕਿੰਨੀ ਝੱਖੜ ਹੋ ਜਾਣ, ਕਿੰਨੀ ਹਨੇਰੀ ਤਗੜੀ ਹੋ ਜਾਏ, ਉਹ ਕਦੇ ਡਿੱਗਦਾ ਨਹੀਂ। ਬਿਲਕੁਲ ਜਿਹੜੀ ਜੜ੍ਹਾਂ ਖੋਖਲੀਆਂ ਨੇ ਨਾ, ਡੂੰਘੀਆਂ ਨਹੀਂ ਗਈਆਂ ਹੋਈਆਂ, ਉਹ ਹਲਕਾ ਜਿਹੀ ਜਿਹੜੀ ਹਲਕੀ ਤੋਂ ਹਲਕੀ ਹਵਾ ਕਿ ਉਹਨੇ ਚੱਲਣੀ ਨਹੀਂ, ਉਹ ਡਿੱਗ ਜਾਂਦਾ। ਬਿਲਕੁਲ ਇੰਨੀ ਇੱਕ ਨੁਕਤਾ ਸਾਡੇ ਮਾਪੇ ਸਮਝ ਲੈਣ ਕਿ ਉਹ ਆਪਣੇ ਜਦੋਂ ਸਮਾਂ ਮੋਬਾਈਲਾਂ ਤੇ ਉਹ ਜਾਂ ਕਿੱਟੀ ਪਾਰਟੀਆਂ 'ਚ ਖਤਮ ਕਰ ਜਾਂਦੇ ਨੇ, ਹੂੰ ਹੂੰ ਤਾਂ ਉਹ ਇੰਨੀ ਤਗੜੀ ਹੋਈ ਨਹੀਂ। ਜੇ ਜੀ ਤੁਸੀਂ ਆਪਣੇ ਬੱਚੇ ਨੂੰ ਆਪਣੇ ਸੱਭਿਆਚਾਰ ਨਾਲ, ਆਪਣੀ ਜ਼ਬਾਨ ਨਾਲ, ਆਪਣੇ ਇਤਿਹਾਸ ਨਾਲ ਜੋੜ ਦਿੱਤਾ, ਤਾਂ ਫੇਰ ਹੀ ਅਸੀਂ ਉਮੀਦ ਕਰ ਸਕਦੇ ਹਾਂ ਕਿ ਮਾਂ ਗੁਜਰੀ ਬਣ ਕੇ ਕੋਈ ਨਾ ਕੋਈ ਉੱਭਰੇਗਾ। ਜਿਨ੍ਹਾਂ ਦੇ ਪੋਤਿਆਂ ਨੇ ਜੋ ਉਹ ਸਾਡੇ ਕੋਲ ਇਤਿਹਾਸ ਸਿਰਜ ਕੇ ਦਿੱਤਾ, ਦੁਨੀਆ ਦੇ ਕਿਸੇ ਹਿੱਸੇ ਵਿੱਚ ਸਿਰਜਿਆ ਨਹੀਂ ਗਿਆ। ਤਾਂ ਤੁਸੀਂ ਆਪਣੇ ਬੱਚੇ ਨੂੰ ਆਪਣੇ ਘਰ ਵਿੱਚ ਪਹਿਲੇ 3-4 ਸਾਲ ਵੀ ਜੇ ਤਗੜੇ ਸੰਸਕਾਰ ਦੇ ਸਕੇ, ਉਹਨਾਂ ਨੂੰ ਆਪਣੀ ਧਰਤੀ ਨਾਲ ਜੋੜ ਸਕੇ, ਤਾਂ ਫਿਰ ਉਹ ਜੜ੍ਹਾਂ ਇੰਨੀਆਂ ਕੁ ਡੂੰਘੀਆਂ ਹੁੰਦੀਆਂ ਨੇ ਕਿ ਉਹ ਉਮਰ ਵੀ ਕਿਸੇ ਹੋਰ ਥਾਂ ਤੇ ਰਹਿ ਜਾਣਗੇ, ਉਹ ਜੜ੍ਹਾਂ ਉਹਨਾਂ ਦੀਆਂ ਵਾਪਸ ਖਿੱਚੀਆਂ ਉਹਨਾਂ ਨੂੰ ਉੱਥੇ ਲਿਆਉਣਗੀਆਂ। ਨਾ ਉਸ ਜ਼ਬਾਨ ਤੋਂ ਟੁੱਟ ਸਕਣਗੇ, ਨਾ ਉਸ ਸੱਭਿਆਚਾਰ ਤੋਂ, ਨਾ ਉਸ ਇਤਿਹਾਸ ਤੋਂ। ਸੋ ਲੋੜ ਏ ਪਹਿਲਾਂ ਆਪਾਂ ਆਪਣੇ ਬੱਚਿਆਂ ਦੀਆਂ ਜੜ੍ਹਾਂ ਤਗੜੀਆਂ ਕਰੀਏ, ਜਿੱਥੇ 100% ਰੋਲ ਮਾਪਿਆਂ ਦਾ ਹੁੰਦਾ ਜੇ। ਜਿਸ ਦਿਨ ਇਹ ਸਮਝ ਆ ਗਈ, ਫਿਰ ਬਹੁਤ ਕੁਝ ਤਬਦੀਲ ਕੀਤਾ ਜਾ ਸਕਦਾ ਜੇ, ਪਰ ਬੱਚਿਆਂ ਨੂੰ ਜ਼ਰੀਆ ਤਾਂ ਕਿਸੇ ਹਾਲ 'ਚ ਨਹੀਂ ਬਣਾਇਆ ਜਾ ਸਕਦਾ ਕਿ ਤੁਸੀਂ ਸਾਡੇ ਕਰਜ਼ੇ ਲਾਓ ਜੋ ਅਸੀਂ ਚੁੱਕੇ। ਅਸੀਂ ਜੀ ਤਾਂ ਸਭ ਚੰਗੀ ਹਵਾ ਇੱਥੋਂ ਹੂੰ ਦੇਣ ਅਸੀਂ ਲੈਂਦੇ ਰਹੇ ਹਾਂ ਆਪਣੇ ਵੱਡੇ ਵਡੇਰਿਆਂ ਤੋਂ, ਅਸੀਂ ਤਾਂ ਉਹ ਵੀ ਅੱਗੇ ਬੱਚਿਆਂ ਨੂੰ ਦੇਣ ਜੋਗਾ ਨਹੀਂ ਛੱਡਿਆ, ਨਾ ਸਾਫ਼ ਬਿਲਕੁਲ ਪਾਣੀ ਛੱਡਿਆ, ਨਾ ਸਾਫ਼ ਹਵਾ, ਤੇ ਨਾ ਹੀ ਜ਼ਮੀਨ ਅਸੀਂ ਛੱਡੀ ਵਧੀਆ, ਤੇ ਫਿਰ ਉਹਨਾਂ ਤੋਂ ਅੱਗੋਂ ਕੀ ਭਾਲਦੇ ਹਾਂ। ਜੀ ਬਿਲਕੁਲ ਸੋ ਇੱਕ ਖੁਸ਼ਖਬਰੀ ਸਾਡੇ ਸਰੋਤਿਆਂ ਦਰਸ਼ਕਾਂ ਦੇ ਵਾਸਤੇ। ਸੋ ਭੈਣ ਰਾਣੀ ਡਾਕਟਰ ਹਰਸ਼ਿੰਦਰ ਕੌਰ ਹਰ ਸੋਮਵਾਰ 6:30 ਵਜੇ ਸ਼ਾਮ ਨੂੰ ਆਪਣੇ ਨਾਲ ਜੁੜਿਆ ਕਰਨਗੇ। ਤੁਹਾਡਾ ਕੋਈ ਖਾਸ ਸਵਾਲਤ ਹੋਵੇ ਪੁੱਛ ਸਕਦੇ ਹੋ। ਖਾਸ ਕਰਕੇ ਫੂਡ ਜਰਨਲਿਜ਼ਮ ਤੇ ਬਹੁਤ ਕਮਾਲ ਦਾ ਕੰਮ ਹੈ। 2.5-3 ਦਰਜਨ ਦੇ ਕਰੀਬ, 3 ਦਰਜਨ ਤੋਂ ਵੀ ਵੱਧ ਕਿਤਾਬਾਂ ਡਾਕਟਰ ਹਰਸ਼ਿੰਦਰ ਕੌਰ ਹੋਰਾਂ ਦੀਆਂ ਨੇ। ਅਤੇ ਪਬਲੀਕੇਸ਼ਨ ਮੈਂ ਜ਼ਰੂਰ ਡਾਕਟਰ ਸਾਹਿਬ ਤੋਂ ਪੁੱਛਾਂਗਾ, ਉਹਦੀ ਦੱਸ ਦੇਣ। ਅਤੇ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਵਜੇ ਤੋਂ ਲੈ ਕੇ 8:30 ਵਜੇ ਤੱਕ, ਸ਼ਾਮੀ 7:30 ਤੋਂ 9:30 ਟਿਵਾਣਾ ਰੇਡੀਓ ਦੇ ਪ੍ਰੋਗਰਾਮ ਤੁਸੀਂ ਆਪਣੀ ਵੈਬਸਾਈਟ tivanaradio.com 'ਤੇ ਆਪਣੀ ਐਪਸ 'ਤੇ ਸੁਣ ਸਕਦੇ ਹੋ, ਆਈਫੋਨ ਐਂਡਰਾਇਡ ਐਪਸ 'ਤੇ। ਟਿਵਾਣਾ ਰੇਡੀਓ ਦੇ ਫੇਸਬੁੱਕ YouTube ਪੇਜ 'ਤੇ ਆਪਾਂ ਲਾਈਵ ਹੁੰਦੇ ਹਾਂ। ਅਤੇ ਮੇਰੇ ਨਾਲ ਕੋਈ ਸੰਪਰਕ ਕਰਨਾ, ਕੋਈ ਸਵਾਲਾਤ ਨੇ ਜਾਂ ਪ੍ਰੋਗਰਾਮਾਂ ਦੇ ਲਿੰਕ ਮੰਗਾਉਣੇ ਨੇ, ਤਾਂ ਆਪਣਾ ਇੰਡੀਆ ਸਟੂਡੀਓ ਦਾ ਨੰਬਰ ਹੈ ਕਾਲ ਕਰਨ ਵਾਸਤੇ 98 763 09655, 98 763 09655। ਵੈਬਸਾਈਟ tivanaradio.com, ਪੰਜਾਬੀ ਖਬਰਾਂ ਵੀ ਪੜ੍ਹ ਸਕਦੇ ਹੋ। ਭੈਣ ਰਾਣੀ ਜ਼ਰੂਰ ਜਾਂਦੇ ਜਾਂਦੇ ਆਪਣੀ ਜਿਹੜੀ ਪਬਲੀਕੇਸ਼ਨ ਹੈ, ਤੁਹਾਡੀਆਂ ਬੁੱਕਸ ਕਿੱਥੋਂ ਮਿਲ ਸਕਦੀਆਂ ਨੇ, ਉਹ ਜ਼ਰੂਰ ਦੱਸ ਕੇ ਜਾਓ। ਕਿਹੜੀ ਪਬਲੀਕੇਸ਼ਨ ਕਈ ਤੋਂ ਛਪਵਾ ਰਹੇ ਹੋ ਤੁਸੀਂ ਜੀ? ਜੀ 43 ਕਿਤਾਬਾਂ ਹੁਣ ਤੱਕ ਹੋ ਚੁੱਕੀਆਂ ਨੇ ਮੇਰੀਆਂ, ਪਰ ਉਹ ਜੀ ਸਾਰੀਆਂ ਹੁਣ ਸ਼ਾਇਦ ਅਵੇਲੇਬਲ ਨਾ ਹੋਣ, ਕਿਉਂਕਿ ਕੁਝ ਭਾਰਤ ਮੰਤਰਾਲੇ ਨੇ ਛਾਪੀਆਂ ਸੀ, ਜੀ ਕੁਝ ਉੱਥੇ ਦਿੱਲੀ ਹੋਈ ਬੁੱਕ ਟਰਸਟ ਵਾਲਿਆਂ ਨੇ ਛਾਪੀਆਂ, ਨੈਸ਼ਨਲ ਬੁੱਕ ਟਰਸਟ ਵਾਲਿਆਂ ਨੇ, ਕੁਝ ਤਰਕ ਭਾਰਤੀ ਪ੍ਰਕਾਸ਼ਨ ਬਰਨਾਲਾ ਵਾਲਿਆਂ ਨੇ ਛਾਪੀਆਂ ਨੇ, ਕੁਝ ਪਾਕਿਸਤਾਨ ਵਿੱਚ ਛਪੀਆਂ ਨੇ, 2 ਕੈਨੇਡਾ ਵਿੱਚ ਛਪੀਆਂ ਨੇ, ਤੇ ਕੁਝ ਤੁਸੀਂ ਅੰਮ੍ਰਿਤਸਰ ਤੋਂ ਸਿੰਘ ਬ੍ਰਦਰਸ ਤੋਂ ਵੀ ਪ੍ਰਾਪਤ ਕਰ ਸਕਦੇ ਹੋ। ਸੋ ਸਾਰੀਆਂ ਦੀ ਸਾਰੀਆਂ ਸ਼ਾਇਦ ਇਸ ਵੇਲੇ ਨਾ ਅਵੇਲੇਬਲ ਹੋਣ, ਕੈਨੇਡਾ ਦੀਆਂ ਇੱਥੇ ਸ਼ਾਇਦ ਨਹੀਂ ਮਿਲਣਗੀਆਂ, ਪਰ ਬਾਕੀ ਜਿਹੜੀਆਂ ਹਨ ਬਹੁਤੀਆਂ, ਲਗਭਗ ਕਹਿ ਸਕਦੇ ਹਾਂ 30-35 ਦੇ ਕਰੀਬ, ਉਹ ਤਾਂ ਜ਼ਰੂਰ ਅੱਜ ਵੀ ਮਿਲ ਸਕਦੀਆਂ ਨੇ। 2 ਕਿਤਾਬਾਂ ਮੇਰੀਆਂ ਹੋਰ ਹੁਣ ਛਪ ਕੇ ਆਉਣੀਆਂ ਨੇ, ਜਿਹੜਾ ਗੁਰਬਾਣੀ ਦੇ ਉੱਤੇ ਆਧਾਰਿਤ, ਖਿਮਾ ਮੰਗਦੀ ਸਾਰਿਆਂ ਤੋਂ, ਕਿਉਂਕਿ ਮੈਂ ਉਹਦੇ ਵਿੱਚ ਕੁਝ ਡਾਕਟਰੀ ਨੁਕਤੇ ਖੋਜਾਂ ਦੇ ਆਧਾਰਿਤ ਨਾਲ ਸ਼ਾਮਲ ਕਰਕੇ ਦੱਸੇ ਨੇ ਕਿ ਉਹਨਾਂ ਸਮਿਆਂ ਵਿੱਚ ਜੇ ਮਿਸਾਲ ਵੱਲੋਂ ਆਖਰੀ ਲਾਈਨ,
ਮਨ ਕਿਉਂ ਬੈਰਾਗ ਕਰੇਗਾ ਸਤਿਗੁਰ ਮੇਰਾ ਪਿਆਰਾ। ਯਾਨੀ ਇੱਕ ਸਵਾਲ ਕਿਉਂ ਪੁੱਛਣ ਦੀ ਕੋਸ਼ਿਸ਼ ਕੀਤੀ ਗਈ, ਜਦਕਿ ਸਾਡੇ ਲਈ ਤਾਂ ਹੁਕਮ ਸੀ ਗੁਰਬਾਣੀ ਦੇ ਵਿੱਚ। ਹੂੰ। ਸੋ ਮੈਂ ਘੋਖੀਆਂ ਖੋਜਾਂ, ਮੈਡੀਕਲ ਖੋਜਾਂ, ਕਿ ਜਦੋਂ ਸਵਾਲ ਪੁੱਛਿਆ ਜਾਂਦਾ ਜੇ ਕਿਸੇ ਨੂੰ ਤਾਂ ਮਨ ਖੁੱਭ ਜਾਂਦਾ ਜੇ, ਉਹਦੇ ਵਿੱਚ ਡੂੰਘੀਆਂ ਤਾਰੀਆਂ ਲਾਉਂਦਾ ਜੇ, ਸੋਚਣ ਤੇ ਮਜਬੂਰ ਹੁੰਦਾ ਜੇ। ਸੋ ਗੁਰਬਾਣੀ ਇੱਕ ਪੜ੍ਹਨ ਜਾਂ ਰਟਣ ਲਈ ਨਹੀਂ ਜੇ, ਉਹਦਾ ਇੱਕ ਜੀ ਇੱਕ ਹਰਫ ਉਹ ਸਾਨੂੰ ਜਗਾਉਂਦਾ ਜੇ। ਕਿਉਂ? ਤੇ ਫਿਰ ਜਦੋਂ ਅਸੀਂ ਖੁੱਭਦੇ ਹਾਂ ਵੀ ਅਸੀਂ ਨਾ ਬੈਰਾਗ ਵੱਲ ਜਾਈਏ, ਜਿਹੜੀ ਗੱਲ ਉਹਨਾਂ ਨੇ ਦੱਸਿਆ ਕਿ ਸਾਡੇ ਕੋਲੋਂ ਹਣ ਯਾਨੀ ਇੱਕ ਚਿੰਤਾ ਮੁਕਤ ਹੋਣ ਦਾ ਰਾਹ ਹੂੰ ਬਹੁਤ ਖੂਬਸੂਰਤ ਢੰਗ ਨਾਲ ਸਮਝਾਇਆ, ਜਿਸ ਤੇ ਬੇਅੰਤ ਖੋਜਾਂ ਹੁਣ ਹੋ ਚੁੱਕੀਆਂ ਕਿ ਜੀ ਚੜ੍ਹਦੀ ਕਲਾ ਵਾਲੇ ਤਾਂ ਕੈਂਸਰ ਵਰਗੇ ਰੋਗਾਂ ਤੋਂ ਮੁਕਤੀ ਪਾ ਜਾਂਦੇ ਨੇ, ਤੇ ਹੂੰ ਸਾਨੂੰ ਉਸ ਤੋਂ ਮੁਕਤੀ ਹੁਣ ਮਿਲੀਆਂ ਹੋਈਆਂ ਨੇ ਗੁਰਬਾਣੀ ਵਿੱਚ, ਜਿਨ੍ਹਾਂ ਨੂੰ ਅਸੀਂ ਆਧਾਰ ਨਹੀਂ ਬਣਾਉਂਦੇ ਜ਼ਿੰਦਗੀ ਦਾ। ਸੋ ਇਹੋ ਜਿਹੀ ਇੱਕ ਖੋਜ ਭਰਪੂਰ ਪੁਸਤਕ ਜੇ ਜਿਹੜੀ ਹੁਣ ਆਉਣੀ ਜੇ, ਵਾਹ ਤੇ ਉਹ ਛਪਣ ਅਧੀਨ ਗਈ ਜੇ ਛਪਣ ਲਈ, ਤਾਂ ਜੀ ਛਪਾਈ ਸ਼ਾਇਦ ਹੁਣ ਛੇਤੀ ਹੋਈ ਆ ਜਾਵੇ। ਜੀ ਸਰਬ ਰੋਗ ਕਾ ਔਖਦ ਨਾਮ। ਸੋ ਡਾਕਟਰ ਸਾਹਿਬ ਕੋਸ਼ਿਸ਼ ਕਰਾਂਗੇ, ਇੰਨੀ ਜਗ੍ਹਾ ਪਬਲਿਸ਼ਰ ਦੇ ਸੰਪਰਕ ਨਹੀਂ ਮਿਲਦੇ, ਕਿਤਾਬਾਂ ਦੀਆਂ ਦੁਕਾਨਾਂ ਖਤਮ ਹੋ ਰਹੀਆਂ ਨੇ। ਸੋ ਗੁਜ਼ਾਰਿਸ਼ ਕਰਾਂਗੇ ਕਿ ਡਾਕਟਰ ਸਾਹਿਬ ਜਾਂ ਕੋਈ ਹੋਰ ਇਹਨਾਂ ਦਾ ਅਸਿਸਟੈਂਟ ਅਗਰ ਇੱਕ ਸਾਰਾ ਪੈਕ ਇਕੱਠਾ ਕਰ ਸਕੇ, ਉਹ ਆਉਣ ਵਾਲੇ ਪ੍ਰੋਗਰਾਮ 'ਚ ਦੱਸਾਂਗੇ, ਜਿੱਥੋਂ ਤੁਸੀਂ ਇਕੱਠੀਆਂ ਮੰਗਾ ਸਕੋਗੇ, ਜ਼ਰੂਰ ਬੇਨਤੀ ਕਰਾਂਗੇ। ਤੋ ਇਸ ਦੇ ਨਾਲ ਹੀ ਆਪਣੇ ਦੋਸਤ ਪਰਮਿੰਦਰ ਸਿੰਘ ਟਿਵਾਣਾ ਅਤੇ ਮੇਰੇ ਭੈਣ ਰਾਣੀ ਡਾਕਟਰ ਹਰਸ਼ਿੰਦਰ ਕੌਰ ਹੋਰਾਂ ਨੂੰ ਦਿਓ ਆ ਗਿਆ। ਸੋਮਵਾਰ 6:30 ਵਜੇ ਫਿਰ ਮੁਲਾਕਾਤ ਹੋਏਗੀ। ਥੈਂਕ ਯੂ ਭੈਣ ਰਾਣੀ, ਸਤਿ ਸ਼੍ਰੀ ਅਕਾਲ।